ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਨਾਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨ ਆਵਈ, ਤਾਂ ਬਾਤ ਨ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਤਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਦੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਜੀ ਦੀ ਬਾਣੀ ਦੀ ਇਹ 7ਵੀਂ ਪੌੜੀ ਹੈ, ਜਿਸ ਦਾ ਅੱਜ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਹਰਪਾਲ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ, ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਅੱਜ
ਉਹਨਾਂ ਦੀ ਵਿਦਾਇਗੀ ਵੀ ਹੈ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਇਸ ਮਹੀਨੇ ਦੀ ਸੰਗਰਾਂਦ 14 ਤਰੀਕ ਨੂੰ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 15 ਤਰੀਕ ਨੂੰ ਹੈ। 15 ਤਰੀਕ ਸ਼ਾਮ ਨੂੰ ਵਿਸ਼ੇਸ਼ ਤੌਰ 'ਤੇ ਪਾਵਨ ਗੁਰਪੁਰਬ ਮਨਾਇਆ ਜਾਵੇਗਾ। 13, 14, 15 ਤਰੀਕ ਵਿਰਸਾ ਸੰਭਾਲ ਸੰਸਥਾ ਵੱਲੋਂ ਸਾਚੇ ਮੇਲ ਮਿਲਾਏ ਦਾ ਪ੍ਰੋਗਰਾਮ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਹੋ ਰਿਹਾ ਹੈ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਵਲੰਟੀਅਰ ਸੇਵਾ ਮੁੜ ਆਰੰਭ ਕੀਤੀ ਗਈ ਹੈ। ਪੁਰਾਣੇ ਕਾਰਡ ਜਮ੍ਹਾਂ ਕਰਵਾ ਕੇ ਆਪ ਜੀ ਨਵੇਂ ਲੈ ਸਕਦੇ ਹੋ। ਔਰ ਜਿਨ੍ਹਾਂ ਨੇ ਅੱਗੋਂ ਸੇਵਾ ਕਰਨੀ ਹੋਵੇ ਉਹ ਆਧਾਰ ਕਾਰਡ ਦੀ ਕਾਪੀ ਦੇ ਕੇ ਉਹ ਵੀਰ, ਉਹ ਭੈਣ, ਉਹ ਬੱਚੇ ਕਾਰਡ ਲੈ ਸਕਦੇ ਨੇ। ਹਫ਼ਤੇ ਵਿੱਚ ਇੱਕ ਦਿਨ ਘੱਟ ਤੋਂ ਘੱਟ ਆ ਕੇ ਸੇਵਾ ਕਰਨੀ ਲਾਜ਼ਮੀ ਹੈ। ਔਰ ਸੇਵਾ ਦੇ ਸਮੇਂ ਕਾਰਡ ਆਪਣੇ ਗਲੇ ਵਿੱਚ ਪਾ ਕੇ ਜ਼ਰੂਰ ਰੱਖੋ। ਜੋ 550 ਬੱਚੇ ਅਡਾਪਟ ਕੀਤੇ ਗਏ ਹਨ ਉਸ ਸੇਵਾ ਨੂੰ ਅੱਗੇ ਚਲਾਈਏ। ਇਹ ਉਹ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ। ਜੇ ਮਾਤਾ ਪਿਤਾ ਹੈਗੇ ਨੇ ਤਾਂ ਉਹ ਇਤਨੇ ਗਰੀਬ ਨੇ ਕਿ ਉਹ ਚੰਗੇ ਸਕੂਲਾਂ ਦੀਆਂ ਫੀਸਾਂ, ਕਿਤਾਬਾਂ, ਵਰਦੀਆਂ ਆਪਣੇ ਬੱਚਿਆਂ ਨੂੰ ਲੈ ਕੇ ਨਹੀਂ ਦੇ ਸਕਦੇ। ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਇਸ ਸੇਵਾ ਦੇ ਵਿੱਚ ਆਪਣੇ ਪਰਿਵਾਰ ਦਾ ਹਿੱਸਾ ਜ਼ਰੂਰ ਪਾਈਏ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਜੀ ਹੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੇਵ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਵਰਸਾਈ ਹੋਈ, ਗੁਰੂ ਸਾਹਿਬ ਜੀ ਦੀ ਨਿਵਾਜੀ ਹੋਈ ਇਸ ਮੁਕੱਦਸ ਧਰਤੀ 'ਤੇ ਅਦਬ ਨਾਲ, ਪਿਆਰ ਨਾਲ ਸੱਜ ਬੈਠੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰ ਸ਼ਬਦ ਸਰਵਣ ਕੀਤਾ, ਜਿਹਦੀ ਵਿਚਾਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੋਦੜੀ ਕਰਕੇ ਜਾਣਨ ਦਾ ਯਤਨ ਕਰੀਏ। ਮਹਾਰਾਜ ਸਮੱਤ ਦੇਣ, ਸੋਝੀ ਦੇਣ ਸਾਨੂੰ। ਅਗਾਧ ਬੋਧ ਸਤਿਗੁਰੂ ਜੀ ਦੀ ਬਾਣੀ, ਅਸੀਂ ਅਲਪੱਗ ਹਾਂ, ਸਤਿਗੁਰੂ ਸਰਬੱਗ ਹੈ। ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੈ,
ਹਰ ਗੁਣ ਸਦ ਹੀ ਆਖ ਵਖਾਣੈ। ਤੁਸੀਂ ਬਖਸ਼ਿਸ਼ ਕਰੋ ਮਹਾਰਾਜ ਜੀ, ਫਿਰ ਇਹ ਗੁਣ ਬਿਆਨ ਕੀਤੇ ਜਾ ਸਕਦੇ ਹੈ। ਤੁਸੀਂ ਜਨਾਓ ਤਾਂ ਜਾਣਿਆ ਜਾ ਸਕਦਾ ਹੈ। ਜੋ ਆਪ ਜੀ ਨੇ ਬਚਨ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਸੁਣਿਆ, ਬੜੇ ਧਿਆਨ ਨਾਲ ਜਪਜੀ ਸਾਹਿਬ ਬਹੁਤ ਇਕਾਗਰਤਾ ਮੰਗਦਾ ਹੈ। ਸਾਧ ਸੰਗਤ, ਇੱਕ ਗੱਲ ਧਿਆਨ 'ਚ ਰੱਖਣਾ, ਕੱਲ ਮਾਨਯੋਗ ਸਿੰਘ ਸਾਹਿਬ ਵੀ ਕਹਿ ਸੀ, ਮੈਂ ਵੀ ਬੇਨਤੀ ਕਰਦਾ, ਸਾਰੇ ਬੁਲਾਰੇ ਕਹਿਣਗੇ ਜਪਜੀ ਸਾਹਿਬ ਦੀ ਮਹਾਨਤਾ ਆਦਿ ਤੋਂ ਅੰਤ ਤੱਕ, ਪਰ ਕਿਤੇ ਭਰਮ ਵਿੱਚ ਨਾ ਪੈ ਜਾਣਾ ਕਿ ਸਿਰਫ ਜਪਜੀ ਸਾਹਿਬ ਦੀ ਮਹਾਨਤਾ ਹੈ। ਬਾਣੀ ਇੱਕ ਸਮਾਨ ਹੈ, ਇੱਕ ਸਮਾਨ ਸਤਿਕਾਰ ਕਰਨਾ। ਇੱਦਾਂ ਵੀ ਕਈ ਵਾਰੀ ਸ਼ੁਰੂ ਹੋ ਜਾਂਦਾ ਕਿ ਅਸੀਂ ਕੁਝ ਸ਼ਬਦਾਂ ਨੂੰ ਵਿਸ਼ੇਸ਼ ਦਰਜਾ ਦੇਣ ਲੱਗ ਪੈਂਦੇ ਹਾਂ, ਕੁਝ ਸਰਲੇਖਾਂ ਨੂੰ ਵਿਸ਼ੇਸ਼ ਦਰਜਾ ਦੇਣ ਲੱਗ ਪੈਂਦੇ ਹਾਂ। ਇਹਦੇ ਨਾਲ ਬਾਣੀ ਦਾ ਸਤਿਕਾਰ ਨਹੀਂ ਹੁੰਦਾ। ਸਾਧ ਸੰਗਤ, ਇਹ ਐਸਾ ਸ਼ਰਬਤ ਦਾ ਕਟੋਰਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਐਸਾ ਭੋਜਨ ਦਾ ਥਾਲ ਹੈ, ਐਸੀ ਭੁੱਖ ਮਿਟਾਉਣ ਵਾਲਾ ਪ੍ਰਸ਼ਾਦਾ ਹੈ, ਜਿਵੇਂ ਪ੍ਰਸ਼ਾਦੇ ਨੂੰ ਸੱਜੇ ਖੱਬੇ ਜਿਹੜੇ ਪਾਸਿਓਂ ਵੀ ਸ਼ੁਰੂ ਕਰੋਗੇ, ਉਹਦਾ ਕੰਮ ਭੁੱਖ ਮਿਟਾਉਣਾ ਹੀ ਹੈ, ਉਹਦਾ ਰਸ ਸਵਾਦ ਇੱਕੋ ਹੀ ਹੈ। ਇਸੇ ਤਰ੍ਹਾਂ ਸਾਧ ਸੰਗਤ, ਬਾਣੀ ਨੂੰ ਵੰਡਣ ਦਾ ਯਤਨ ਨਹੀਂ ਕਰਨਾ। ਸਾਡੇ ਨੇਮ ਦਾ ਹਿੱਸਾ ਬਣਾਇਆ ਬਾਣੀਆਂ ਨੂੰ। ਕੁਝ ਬਾਣੀਆਂ ਸਾਡੇ ਜੀਵਨ ਦੇ ਸੰਸਕਾਰਾਂ ਨਾਲ ਜੁੜੀਆਂ ਹੋਈਆਂ ਨੇ। ਉਹ ਇੱਕ ਚੇਟਕ ਹੈ, ਉਹ ਇੱਕ ਸੰਦੇਸ਼ ਹੈ। ਸਾਧ ਸੰਗਤ, ਕੁਝ ਸ਼ਬਦ ਅਸੀਂ ਮਰਨੇ ਪਰਨੇ 'ਤੇ ਪੜ੍ਹਦੇ ਹਾਂ, ਕੁਝ ਜਨਮ 'ਤੇ ਪੜ੍ਹਦੇ ਹਾਂ। ਉਹ ਸ਼ੁਕਰਾਨੇ ਦਾ ਇੱਕ ਸਾਧਨ ਹੈ, ਇੱਕ ਡਿਸਿਪਲਨ ਬੰਨਿਆ ਕੌਮ ਦਾ। ਬਾਣੀ ਨੂੰ ਦਰਜਾ ਬਦਰਜਾ ਨਹੀਂ ਵੰਡਿਆ ਜਾ ਸਕਦਾ ਕਿ ਇਹਦਾ ਫਲ ਜ਼ਿਆਦਾ ਹੈ, ਇਹਦਾ ਫਲ ਘੱਟ ਹੈ। ਇੱਦਾਂ ਦੀ ਮਾਨਸਿਕਤਾ ਵੀ ਹੈ ਵੀ ਇਸ ਸ਼ਬਦ ਦਾ ਜ਼ਿਆਦਾ ਫਲ ਮਿਲੇਗਾ, ਇਹਨੂੰ ਇਸ ਵਿਧੀ ਨਾਲ ਪੜ੍ਹਨਾ ਹੈ। ਨਹੀਂ ਗੁਰਮੁਖੋ, ਬਾਣੀ ਨੂੰ ਪ੍ਰੇਮ ਵਿੱਚ ਪੜ੍ਹਨਾ ਹੈ। ਭਾਵੇਂ ਉਹ ਸੁਖਮਨੀ ਸਾਹਿਬ ਹੈ, ਭਾਵੇਂ ਉਹ ਜਪਜੀ ਸਾਹਿਬ ਹੈ, ਭਾਵੇਂ ਉਹ ਆਸਾ ਜੀ ਕੀ ਵਾਰ ਹੈ, ਭਾਵੇਂ ਉਹ ਮਾਰੂ ਸੋਹਲੇ ਨੇ, ਜੋ ਵੀ ਬਾਣੀ ਹੈ ਇੱਕ ਸਮਾਨ ਹੈ, ਅੰਤਰ ਨਹੀਂ ਕਰਨਾ। ਭਾਵੇਂ ਉਹ ਮਹਾਂਪੁਰਖਾਂ ਭਗਤ ਸਾਹਿਬਾਨਾਂ ਦੀ ਬਾਣੀ ਹੈ, ਭਾਵੇਂ ਧੰਨ ਸਤਿਗੁਰੂ ਸਾਹਿਬਾਨ ਜੀ ਦੇ ਮੁਖ ਤੋਂ ਉਚਾਰੀ ਹੋਈ ਬਾਣੀ ਹੈ, ਬਾਣੀ 'ਚ ਵਿਤਕਰਾ ਨਹੀਂ ਪਾਉਣਾ, ਨਾ ਗੁਰੂ ਕਰਕੇ, ਨਾ ਸਰਲੇਖ ਕਰਕੇ, ਨਾ ਰਾਗ ਕਰਕੇ। ਸੋ ਸਾਰੀ ਬਾਣੀ ਸਾਡੇ ਵਾਸਤੇ ਚਾਨਣ ਹੈ। ਗੁਰਬਾਣੀ ਇਸ ਜਗ ਮੈਂ ਚਾਨਣ। ਅਸੀਂ ਇਸ ਚਾਨਣ ਤੋਂ ਲਾਹਾ ਲੈਣਾ ਹੈ, ਅਸੀਂ ਜੀਵਨ ਰੋਸ਼ਨ ਕਰਨਾ ਹੈ। ਸਾਧ ਸੰਗਤ, ਗੁਰੂ ਸਾਹਿਬ ਜੀ ਦੇ ਬਚਨ ਤੁਸੀਂ ਸੁਣੇ। ਦੋ ਗੱਲਾਂ ਇਸ ਪੰਕਤੀ ਨੂੰ ਸੁਣਦਿਆਂ ਮੇਰੇ ਜ਼ਿਹਨ ਵਿੱਚ ਉੱਭਰ ਰਹੀਆਂ ਸੀ। ਬੰਦਾ ਦੋ ਚੀਜ਼ਾਂ ਬੜੀਆਂ ਸ਼ਿੱਦਤ ਨਾਲ ਮੰਗਦਾ ਹੈ, ਅਰਦਾਸਾਂ ਵੀ ਕਰਾਉਂਦਾ ਹੈ, ਕਰਦਾ ਵੀ ਹੈ, ਕਰਾਉਂਦਾ ਵੀ ਹੈ ਉਚੇਚੇ ਤੌਰ 'ਤੇ, ਆਪਣੇ ਬੱਚਿਆਂ ਵਾਸਤੇ, ਕਿਸੇ ਰੋਗੀ ਵਾਸਤੇ। ਮਹਾਰਾਜ ਜੀ ਲੰਬੀ ਉਮਰ ਬਖਸ਼ੋ। ਜਿੰਨੇ ਜਿੰਨੇ ਯਤਨ ਵਸੀਲੇ ਨੇ ਬੰਦਾ ਜਟਾਉਂਦਾ ਵੀ ਹੈ। ਕਿਸੇ ਕੋਲ ਪੈਸੇ ਦੇ ਵਸੀਲੇ ਨੇ, ਕਿਸੇ ਕੋਲ ਹੋਰ ਸੁੱਖ ਸੁਵਿਧਾ ਹੈ ਖਾਣ ਪੀਣ ਦਾ, ਵੀ ਭਾਈ ਇਹਦੇ ਨਾਲ ਮੇਰੀ ਉਮਰ ਜਿਹੜੀ ਆ ਉਹ ਠੀਕ ਰਹੇਗੀ, ਲੰਬੀ ਹੋਏਗੀ, ਮੈਂ ਰੋਗੀ ਨਾ ਹੋਵਾਂ। ਬੜੀ ਚੰਗੀ ਗੱਲ ਹੈ ਸਾਧ ਸੰਗਤ। ਕੋਈ ਡਾਕਟਰ ਵੈਦ ਕੋਲ ਜਾਂਦਾ। ਇਸੇ ਤਰ੍ਹਾਂ ਬਹੁਤਾ ਜਪਜੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹ ਸਤਿਗੁਰੂ ਜੀ ਨੇ ਸਿੱਧਾਂ ਨਾਲ ਗੋਸ਼ਟ ਵਿੱਚ ਉਚਾਰਨ ਕੀਤੀ ਹੈ, ਅਤੇ ਸਿੱਧਾਂ ਦੇ ਕੋਲ ਵਸੀਲਾ ਸੀ ਸਾਧਨਾ ਕਰਕੇ ਉਮਰਾਂ ਨੂੰ ਵਧਾਉਣਾ। ਇੰਨਾ ਘੋਰ ਅਭਿਆਸ ਕਰਦੇ ਸੀ, ਇੰਨੀ ਕਰੜੀ ਸਾਧਨਾ ਕਰਦੇ ਸੀ ਕਿ ਪ੍ਰਾਣਾਯਾਮ ਕਰ ਕਰਕੇ ਸਾਹਾਂ ਨੂੰ ਰੋਕ ਲੈਣਾ, ਸਰੀਰ ਤੰਦਰੁਸਤ ਰਹਿਣਾ। ਸਾਹ ਰੋਕੇ ਹੋਏ ਨੇ, ਵਰੇਸ ਲੰਬੀ ਹੋ ਗਈ, ਉਮਰ ਲੰਬੀ ਹੋ ਗਈ। ਮਹਾਰਾਜ ਨੇ ਇੱਕ ਬਚਨ ਕਿਹਾ ਬਾਣੀ 'ਚ, ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰਿ ਸਿਉ ਸੰਗ ਨਾ ਗਹਿਆ। ਭਾਵੇਂ ਇਹਨਾਂ ਗੱਲਾਂ ਦਾ ਸੰਬੰਧ ਵਾਹਿਗੁਰੂ ਜੀ ਦੇ ਮਿਲਾਪ ਨਾਲ ਨਹੀਂ ਸੀ, ਪਰਮੇਸ਼ਰ ਦੇ ਪ੍ਰੇਮ ਰਸ ਨਾਮ ਰੰਗ ਨਾਲ ਨਹੀਂ ਸੀ,
ਪਰ ਬੰਦੇ ਕਰ ਰਹੇ ਸਨ ਜੀ, ਸਿੱਧੀਆਂ ਆਸਨ ਬੇਅੰਤ, ਵਿਸ਼ੇਸ਼ ਤੌਰ 'ਤੇ 84 ਕਿਸਮ ਦੇ ਆਸਨ। ਉਮਰਾਂ ਵੱਡੀਆਂ ਹੋ ਸਕਦੀਆਂ ਨੇ। ਗੁਰੂ ਸਾਹਿਬ ਜੀ ਨੂੰ ਸਿੱਧ ਮਿਲਣ ਆਉਂਦੇ ਸੀ, ਉਹ ਇਸੇ ਗੱਲ ਦੇ ਮਾਣ ਵਿੱਚ ਸੀ, ਉਹ ਇਹ ਬੱਚਿਆ ਕਹਿ ਕੇ ਬੁਲਾਉਂਦੇ ਸੀ, ਸੁਣ ਬਾਲੇ ਕਹਿ ਕੇ ਬੁਲਾਉਂਦੇ ਸੀ, ਬਾਲਕਾ ਸੁਣ। ਇਹੀ ਮਾਣ ਸੀ ਕਿ ਮੇਰੀ ਉਮਰ ਬੜੀ ਵੱਡੀ ਹੈ। ਵੱਡੇ ਹੋਣ ਦਾ ਮਾਣ ਬੜਾ ਖਤਰਨਾਕ ਹੈ ਸਾਧ ਸੰਗਤ। ਉਮਰ ਦੇ ਵੱਡੇ ਹੋਣ ਦਾ ਮਾਣ ਸ਼ੋਹਰਤ ਕਰਕੇ, ਪਦਵੀ ਕਰਕੇ, ਅਹੁਦੇ ਕਰਕੇ, ਰੁਤਬੇ ਕਰਕੇ, ਦੌਲਤ ਕਰਕੇ ਵੱਡੇ ਹੋਣ ਦਾ ਮਾਣ। ਪਰ ਵੱਡਾ ਹੋ ਕੇ ਕੀ ਕਰੇਗਾ ਜੀ? ਹਰ ਸਿਉ ਸੰਗ ਨਾ ਗਹਿਆ। ਕੋਈ ਕਿਸੇ ਖੇਤਰ 'ਚ ਵੀ ਵੱਡਾ ਹੋ ਜਾਏ, ਬੰਦਾ ਵੱਡਾ ਹੋਣ ਦਾ ਯਤਨ ਕਰਦਾ ਹੈ, ਔਰ ਖਾਸ ਕਰਕੇ ਉਮਰ ਕਰਕੇ ਵੱਡਾ ਹੋਣ ਦਾ। ਖੁਸ਼ੀਆਂ ਵੀ ਮਨਾਉਂਦੇ ਨੇ ਲੋਕੀ ਜੀ, ਸਾਡਾ ਬਾਬਾ, ਸਾਡਾ ਦਾਦਾ ਪੜਦਾਦਾ 100 ਸਾਲ ਦਾ ਹੋ ਕੇ ਮਰਿਆ, 110 ਸਾਲ ਦਾ ਹੋ ਕੇ ਮਰਿਆ, ਇਸ ਲਈ ਅਸੀਂ ਜਲੇਬੀਆਂ ਮਠਿਆਈਆਂ ਪਾ ਰਹੇ ਹਾਂ। ਇੱਕ ਰਵਾਇਤ ਵੀ ਹੈ ਵੱਡਾ ਕਰਨਾ, ਕਿਸੇ ਨੂੰ ਮਰਨ ਤੋਂ ਬਾਅਦ ਵੱਡਿਆਂ ਕਰਕੇ ਉਹਨੂੰ ਸ਼ਿੰਗਾਰ ਕੇ ਉਹਦੀ ਅਰਥੀ ਨੂੰ ਤੋਰਨਾ। ਗੁਰੂ ਸਾਹਿਬ ਜੀ ਕਹਿੰਦੇ ਵੀ ਵੱਡੇ ਹੋਣ ਨਾਲ ਕੀ ਹੁੰਦਾ ਹੈ? ਉਮਰ ਕਰਕੇ ਜਾਂ ਕਿਸੇ ਖੇਤਰ 'ਚ ਕੋਈ ਵੱਡਾ ਹੋ ਜਾਏ, ਕੀ ਵੱਡੇ ਹੋਣ ਨਾਲ ਮੁਕਤ ਹੋ ਜਾਂਦਾ ਹੈ? ਕੀ ਵੱਡੇ ਹੋਣ ਨਾਲ ਵਾਹਿਗੁਰੂ 'ਚ ਮਿਲਾਪ ਹੋ ਜਾਂਦਾ ਜੀ? ਤੇ ਗੁਰੂ ਸਾਹਿਬ ਜੀ ਨੇ ਬਚਨ ਉਚਾਰਿਆ, ਵੱਡਾ ਹੋਆ ਦੁਨੀਦਾਰ। ਕਿਸੇ ਖੇਤਰ 'ਚ ਵੀ ਵੱਡਾ ਹੋਇਆ, ਓੜਕ ਨੂੰ ਤੇ ਕੀ ਹੋਣਾ? ਕਰਨੀ ਕੀਰਤ ਵਾਚੀ ਜਾਣੀ ਹੈ ਨਾ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ। ਕਿਸੇ ਨੇ ਨਹੀਂ ਪੁੱਛਣਾ ਤੂੰ ਕਿਸ ਖੇਤਰ 'ਚ ਵੱਡਾ ਹੈ। ਤੇਰੀ ਸ਼ੋਹਰਤ ਵੱਡੀ ਹੈ, ਤੇਰੀ ਪਦਵੀ ਵੀ ਵੱਡੀ ਹੈ, ਤੇਰੀ ਉਮਰ ਵੱਡੀ ਹੈ, ਤੈਨੂੰ ਬੜੇ ਗੁਬਾਰੇ ਲਾ ਕੇ, ਤੈਨੂੰ ਸ਼ਿੰਗਾਰ ਕੇ ਤੇਰੀ ਅਰਥੀ ਨੂੰ ਤੋਰਿਆ ਗਿਆ। ਅੱਗੇ ਕਰਨੀ ਕੀਰਤ ਵਾਚੀ ਹੈ। ਇੱਥੇ ਤੇ ਜਸ਼ਨ ਮਨਾਏ ਜਾਣਗੇ ਵੀ ਇਹ ਵੱਡਾ ਸੀ, ਅੱਗੇ ਕਰਨੀ ਕੀਰਤ ਵਾਚੀ ਹੈ। ਬੈ ਲੇਖਾ ਕਰ ਸਮਝਾਇਆ। ਉੱਥੇ ਤੇ ਕਰਨੀ ਤੇ ਕੀਰਤ ਵਾਚਣੀ ਹੈ ਨਾ ਤੇਰੀ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਮਹਾਰਾਜ ਕਹਿੰਦੇ ਕੀ ਹੋਇਆ ਜੀ? ਵੱਡਾ ਹੋ ਗਿਆ, ਫਿਰ ਵੀ ਉਸੇ ਤਰ੍ਹਾਂ ਕਿਸੇ ਖੇਤਰ 'ਚ ਵੀ ਵੱਡਾ ਜੀ। ਕੀ ਵੱਡੇ ਹੋ ਕੇ ਚਿੰਤਾ ਮੁਕਤ ਹੋ ਗਿਆ, ਸਹਿਜ ਆ ਗਿਆ। ਮੰਨ ਲਓ ਵੀ ਕਹਿੰਦਾ 50 ਸਾਲ ਤੱਕ ਨਹੀਂ ਸੀ ਆਇਆ, ਚੰਚਲਤਾ ਸੀ, 80 ਸਾਲ ਦਾ ਹੋ ਕੇ ਸਹਿਜ ਆ ਗਿਆ, 60 ਸਾਲ ਦਾ ਹੋ ਕੇ ਸਹਿਜ ਆ ਗਿਆ, 30 ਸਾਲ ਦੇ ਵਿੱਚ ਵਾਸ਼ਨਾ ਸੀ, 90 ਸਾਲ ਦਾ ਹੋ ਕੇ ਵਾਸ਼ਨਾ ਮੁੱਕ ਗਈ ਹੈ। ਇੰਦਰੇ ਜਵਾਬ ਦੇ ਗਏ ਨੇ, ਪਰ ਮਨ ਦੀਆਂ ਉਡਾਰੀਆਂ ਉਸੇ ਤਰ੍ਹਾਂ ਨੇ, ਅੰਦਰ ਦੇ ਰੋਗ ਉਸੇ ਤਰ੍ਹਾਂ ਨੇ, ਭਾਵੇਂ ਕਿਸੇ ਖੇਤਰ 'ਚ ਵੀ ਵੱਡਾ ਹੋ ਗਿਆ। ਤਾਂ ਗੁਰੂ ਸਾਹਿਬ ਨੇ ਕਿਹਾ, ਵੱਡੇ ਵੱਡੇ ਜੋ ਦੀਸੈ ਲੋਕ। ਮਾਇਆ ਕਰਕੇ ਵੀ ਵੱਡੇ ਵੇਖੇ, ਹਰ ਖੇਤਰ 'ਚ ਵੱਡੇ ਵੇਖੇ, ਅੰਦਰ ਦੇ ਰੋਗ ਨਹੀਂ ਮਿਟੇ। ਤਿਨ ਕੋ ਵਿਆਪੈ ਚਿੰਤਾ ਰੋਗ। ਤੇ ਗੁਰੂ ਸਾਹਿਬ ਜੀ ਕਹਿੰਦੇ ਵੱਡਾ ਕੌਣ ਹੁੰਦਾ ਹੈ? ਕੌਣ ਵੱਡਾ? ਮਾਇਆ ਵਡਿਆਈ। ਇਹ ਚੀਜ਼ਾਂ ਵੱਡੇ ਹੋਣ ਦੀ ਨਿਸ਼ਾਨੀ ਨਹੀਂ ਹੈ। ਸੋ ਵੱਡਾ ਜਿਨ ਰਾਮ ਲਿਵ ਲਾਈ। ਇਹ ਦੋਨੋਂ ਚੀਜ਼ਾਂ ਲਗਭਗ ਇਹਨੂੰ ਨਾਂ ਇੱਕੋ ਹੀ ਦਿੱਤਾ ਜਾ ਸਕਦਾ। ਉਮਰ ਕਰਕੇ ਵੱਡਾ ਹੋਵਾਂ, ਸ਼ੋਹਰਤ ਕਰਕੇ ਵੱਡਾ ਹੋਵਾਂ। ਇਸ ਪੰਕਤੀ 'ਚ ਦੋ ਚੀਜ਼ਾਂ ਦਾ ਜ਼ਿਕਰ ਆਇਆ, ਉਮਰ ਕਰਕੇ ਵੱਡਾ ਹੋਵਾਂ, ਸ਼ੋਹਰਤ ਕਰਕੇ ਵੱਡਾ ਹੋਵਾਂ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ। ਇਹ ਕੀ ਹੈ? ਸ਼ੋਹਰਤ ਕਰਕੇ ਵੱਡਾ। ਜੁਗ ਚਾਰੇ ਆਰਜਾ ਕੀ ਆ? ਉਮਰ ਕਰਕੇ ਵੱਡਾ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲਾ ਸਭ ਕੋਏ ਦਾ ਮਤਲਬ ਸ਼ੋਹਰਤ ਕਰਕੇ ਵੱਡਾ। ਬੜਾ ਮੇਰਾ ਨਾਂ ਹੈ ਜੀ, ਬੜੀ ਦੁਨੀਆ ਮੈਨੂੰ ਜਾਣਦੀ ਹੈ, ਬੜੀ ਭੁੱਖ ਹੈ। ਪਹਿਲਾਂ ਮੰਗਦਾ ਵੀ ਮੇਰੀ ਉਮਰ ਲੰਬੀ ਹੋਵੇ, ਫਿਰ ਮੰਗਦਾ ਵੀ ਮੈਨੂੰ ਸੋਭਾ ਸ਼ੋਹਰਤ ਮਿਲੇ ਜੀ, ਘੱਟੋ ਘੱਟ ਮੈਨੂੰ ਮੁਹੱਲੇ 'ਚ ਲੋਕ ਜਾਣਦੇ ਹੋਣ। ਭੁੱਖ ਵੱਧਦੀ ਕਹਿੰਦੀ ਹੈ ਘੱਟੋ ਘੱਟ ਮੈਨੂੰ ਮੇਰੇ ਨਗਰ 'ਚ ਲੋਕ ਜਾਣਦੇ ਹੋਣ, ਮੇਰੇ ਇਲਾਕੇ 'ਚ ਲੋਕ ਜਾਣਦੇ ਹੋਣ। ਇਹਨਾਂ ਚੀਜ਼ਾਂ ਦੇ ਨਾਲ ਕੀ ਆਤਮ ਰਸ ਮਿਲ ਜਾਏਗਾ ਤੈਨੂੰ? ਸਕੂਨ, ਚੈਨ, ਸਹਿਜ, ਖੇੜਾ, ਵਿਗਾਸ, ਇਹਨਾਂ ਚੀਜ਼ਾਂ ਨਾਲ ਆ ਜਾਏਗਾ ਤੇਰੇ ਅੰਦਰ। ਬਹੁਤ ਸਾਰੀ ਸੋਭਾ ਖੱਟ ਸਕਦਾ ਤੂੰ, ਬਹੁਤ ਲੰਬੇਰੀ ਉਮਰ, ਚਲੋ 4 ਯੁੱਗ ਹੋ ਜਾਣ। ਮਨੌਤਾਂ ਨੇ ਕਿ ਲੱਖਾਂ ਵਰਿਆਂ ਦਾ ਇੱਕ ਯੁੱਗ ਹੁੰਦਾ। 100 ਸਾਲ ਨੂੰ ਛੱਡ, ਪੂਰਾ ਯੁੱਗ ਲੱਖਾਂ ਸਾਲ। ਇੱਕ ਯੁੱਗ ਕੀ 4 ਯੁੱਗ,
4 ਯੁਗਾਂ ਤੋਂ ਹੋਰ 10 ਨਾਲ ਮਲਟੀਪਲਾਈ ਕਰ ਲੈ, ਤੂੰ ਕਰੋੜਾਂ ਅਰਬਾਂ ਸਾਲ ਵੀ ਜੂ ਲਏਗਾ, ਸ਼ੋਹਰਤ ਤੈਨੂੰ ਬਹੁਤ ਮਿਲ ਜਾਏਗੀ, ਫਿਰ ਕੀ ਹੋਏਗਾ? ਸਿੱਖੀ ਦੇ ਅੰਦਰ 7 ਵਰ੍ਹਿਆਂ ਦੇ ਬਾਬਾ ਫਤਿਹ ਸਿੰਘ, 125 ਵਰ੍ਹਿਆਂ ਦੇ ਬਾਬਾ ਬੁੱਢਾ ਜੀ। ਪਰ ਮਹਾਨਤਾ ਇਸ ਲਈ ਨਹੀਂ ਵੀ 125 ਵਰ੍ਹੇ ਨੇ ਜਾਂ ਇਹ ਛੋਟੇ ਨੇ 7 ਵਰ੍ਹੇ ਹੈ। ਗੁਰਮੁਖੋ, ਇੱਥੇ ਮਹਾਨਤਾ ਕਮਾਈ ਦੀ ਹੈ, ਕਿਤੇ ਨਾਮ ਦੀ ਕਮਾਈ ਹੈ, ਕਿਤੇ ਤਿਆਗ ਦੀ, ਧਰਮ ਦੀ ਕਮਾਈ ਹੈ। ਤੇ ਅਸੀਂ ਉਹਨਾਂ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਧਰਮ ਹਿੱਤ ਸੀਸ ਦਿੱਤੇ, ਅਸੀਂ ਦੋਨਾਂ ਦੀ ਕਮਾਈ ਦਾ ਧਿਆਨ ਧਰ ਕੇ ਕਹਿੰਦੇ ਹਾਂ, ਬੋਲੋ ਜੀ ਵਾਹਿਗੁਰੂ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਸੇ ਦਿੱਲੀ 'ਚ 4 ਵਰ੍ਹਿਆਂ ਦਾ ਪੁੱਤਰ ਅਜੇ ਸਿੰਘ ਕਾਲਜਾ ਚਾਕ ਕੀਤਾ ਗਿਆ, ਛੁਰਾ ਮਾਰਿਆ, ਧੜਕਦਾ ਹੋਇਆ ਦਿਲ ਕੱਢ ਕੇ ਪਿਤਾ ਦੇ ਮੂੰਹ 'ਚ ਪਾਇਆ। ਉਹ ਧੜਕਦਾ ਹੋਇਆ ਦਿਲ ਕੌਮ ਦੀਆਂ ਨੀਹਾਂ ਪੱਕੀਆਂ ਕਰ ਰਿਹਾ, ਮੌਤ ਦਾ ਖੌਫ ਮਿਟਾ ਰਿਹਾ ਸਾਡਾ ਅੱਜ ਤੱਕ। ਸਤ ਸੰਗਤ ਜੀ, ਜਿਹੜਾ ਕੱਲ੍ਹ ਆਉਣ ਵਾਲਾ ਕੱਲ੍ਹ ਹੈ ਨਾ ਜੀ, 12 ਮਈ, ਸਾਡਾ ਇਤਿਹਾਸਕ ਦਿਹਾੜਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ 'ਚ, ਮੋਹਾਲੀ ਦੇ ਨਾਲ, ਗੁਰਦੁਆਰਾ ਫਤਿਹ ਜੰਗ ਉਹਦਾ ਨਾਂ ਹੈ, ਉਸ ਸਥਾਨ 'ਤੇ ਜ਼ਾਲਮ ਵਜੀਦੇ ਨੂੰ ਸੋਧਿਆ, ਜਿਹਨੇ ਗੁਰੂ ਕੇ ਲਾਲਾ ਨੂੰ ਸ਼ਹੀਦ ਕਰਵਾਇਆ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਂ ਗੁਜਰੀ ਜੀ ਤੇ ਜ਼ੁਲਮੋ ਸਿਤਮ ਦੀ ਇੰਤਹਾ ਕੀਤੀ। ਜ਼ਾਲਮ ਨੂੰ ਸੋਧ ਕੇ ਉਸ ਧਰਤੀ ਦੇ ਉੱਤੇ 12 ਮਈ ਨੂੰ ਤੇ 14 ਮਈ ਨੂੰ ਫਿਰ ਜੇਤੂਆਂ ਦੀ ਸ਼ਕਲ 'ਚ ਖਾਲਸਾ ਪੰਥ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ 40,000 ਸਿੰਘ ਇਕੱਠੇ ਹੋਏ, ਮਾਝਾ, ਮਾਲਵਾ, ਦੁਆਬਾ, ਸਾਰੇ ਪੰਥ ਨੂੰ ਇਕੱਠਾ ਕਰਕੇ ਤੇ ਸਿਤਮਾਂ ਦੀ ਨਗਰੀ, ਜ਼ੁਲਮ ਦੀ ਨਗਰੀ ਸਰਹੰਦ ਨੂੰ ਮਲੀਆ ਮੇਟ ਕੀਤਾ। 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸੀ ਪਰਚਮ ਚਲਾਏ। 14 ਮਈ ਸਿੱਖ ਪੰਥ ਲਈ ਬਹੁਤ ਵੱਡਾ ਮਾਣ ਵਾਲਾ ਸਥਾਨ ਹੈ, ਦਿਹਾੜਾ ਹੈ। ਖਾਲਸਾ ਰਾਜ ਦਾ ਪਹਿਲਾ ਮੁੱਢ ਵੱਜਦਾ ਉੱਥੋਂ। ਸਾਨੂੰ ਵਿਸਾਰਨਾ ਨਹੀਂ ਚਾਹੀਦਾ ਸਾਧ ਸੰਗਤ। ਉਸ ਬਾਬਾ ਬੰਦਾ ਸਿੰਘ ਬਹਾਦਰ ਦਾ 4 ਵਰ੍ਹਿਆਂ ਦਾ ਬਾਲ, ਜਿਨ੍ਹਾਂ ਦੀ ਕਮਾਈ ਸਦਕਾ, ਜਿਨ੍ਹਾਂ ਦੀ ਕੁਰਬਾਨੀ ਸਦਕਾ ਅੱਜ ਵੀ ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਜਾਓ, ਮੈਂ ਹਰ ਥਾਂ ਬੇਨਤੀ ਕਰਦਾ, ਜ਼ਰੂਰ ਉਸ ਧਰਤੀ ਦੀ ਧੂੜੀ ਪਰਸਣ ਆਇਆ ਕਰੋ। ਗੈਰਤ ਮਿਲਦੀ ਹੈ ਉਸ ਧਰਤੀ ਤੋਂ, ਸਵੈਮਾਨ ਤੇ ਅਣਖ ਮਿਲਦੀ ਹੈ ਉਸ ਧਰਤੀ ਤੋਂ, ਸਿਰ ਉੱਚਾ ਕਰਕੇ ਜੂਣ ਦਾ ਬਲ ਮਿਲਦਾ ਉਸ ਧਰਤੀ ਤੋਂ। ਖੰਡਰ ਨੇ ਉਹ ਜਿਹੜਾ ਟਿੱਬੇ ਤੁਸੀਂ ਵੇਖਦੇ ਉੱਚੇ ਉੱਚੇ ਥਾਂ ਦੇ ਉੱਤੇ ਫਤਿਹਗੜ੍ਹ ਸਾਹਿਬ ਸੱਜਿਆ, ਉਹਦੀ ਸਾਰੀ ਧਰਤੀ ਦੇ ਹੇਠਾਂ ਜ਼ੁਲਮੀ ਰਾਜ ਦੇ ਖੰਡਰ ਅੱਜ ਵੀ ਮੌਜੂਦ ਨੇ। ਇੱਕ ਇੱਕ ਕਮਰਾ, ਇੱਕ ਇੱਕ ਦੀਵਾਰ ਉਹਨਾਂ ਟਿੱਬਿਆਂ ਦੇ ਹੇਠਾਂ ਅੱਜ ਵੀ ਮੌਜੂਦ ਹੈ। ਤੁਸੀਂ 1 ਫੁੱਟ ਮਿੱਟੀ ਪੁੱਟੋਗੇ, ਤੁਹਾਨੂੰ ਕਮਰੇ ਬਣੇ ਹੋਏ, ਬਿਲਡਿੰਗਾਂ ਬਣੀਆਂ ਨਜ਼ਰ ਆਉਣਗੀਆਂ। ਉਹ ਵਿਰਾਸਤ ਹੈ ਸਾਡੀ, ਤੇ ਗਵਾਹੀ ਭਰਦੀ ਹੈ ਵੀ ਵੱਡੇ ਕੌਣ ਸੀ ਜਿਨ੍ਹਾਂ ਨੇ ਵੱਡਿਆਂ ਨੂੰ ਜ਼ੁਲਮ ਕਰਨ ਵਾਲੇ ਅਤਿਆਚਾਰੀਆਂ ਨੂੰ ਪੈਰਾਂ ਹੇਠਾਂ ਮਸਲ ਕੇ ਤੇ ਉਹ ਜ਼ੁਲਮੀ ਰਾਜ ਦੇ ਉੱਚੇ ਮਨਾਰਿਆਂ ਨੂੰ ਖੰਡਰ ਬਣਾ ਕੇ ਕੇਸਰੀ ਪਰਚਮ ਚਲਾਏ, ਖਾਲਸੇ ਪਰਚਮ ਚਲਾਏ। ਵੱਡੇ ਕੌਣ ਸੀ ਸਾਧ ਸੰਗਤ? ਪਰ ਜਵਾਨੀ 'ਚ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ, 4 ਵਰ੍ਹਿਆਂ ਦੇ ਪੁੱਤਰ ਸ਼ਹੀਦ ਹੋ ਗਏ। ਪਤਾ ਨਹੀਂ ਕਿੰਨੇ ਕੁ ਲੋਕ ਹੋਣਗੇ ਜਿਹੜੇ ਉਸ ਵੇਲੇ 100 ਵਰ੍ਹਿਆਂ ਦੇ ਵੀ ਹੋਣਗੇ, 125 ਵਰ੍ਹਿਆਂ ਦੇ ਵੀ ਹੋਣਗੇ। ਅਸੀਂ ਉਮਰਾਂ ਮੰਗਦੇ ਹਾਂ, ਅੱਜ ਵੀ ਉਹਨਾਂ ਦੀ ਸ਼ਾਨ ਬੁਲੰਦ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਕੱਲ੍ਹ ਨੂੰ 12 ਤਰੀਕ ਨੂੰ ਚੱਪੜਚਿੜੀ ਤੋਂ ਫਤਿਹ ਮਾਰਚ, ਹਾਥੀਆਂ ਤੇ ਘੋੜਿਆਂ ਤੇ ਖਾਲਸੀ ਸ਼ਾਨੋ ਸ਼ੌਕਤ ਨਾਲ ਉਸੇ ਥੇਹ ਤੇ ਜਾ ਕੇ ਫਿਰ ਖਾਲਸੇ ਪਰਚਮ ਚੱਲਣਾ, ਜਿਹਦੇ ਹੇਠਾਂ ਜ਼ੁਲਮੀ ਰਾਜ ਦੇ ਮਹਿਲਾਂ ਦੇ ਖੰਡਰ ਬਣੇ ਹੋਏ ਆ। ਵੱਡੇ ਉਹ ਜਿਨ੍ਹਾਂ ਨੇ ਪੰਥ ਦਾ ਸਿਰ ਉੱਚਾ ਕੀਤਾ। ਉਮਰਾਂ ਮੰਗ ਰਹੇ ਹਾਂ, ਸ਼ੋਹਰਤ ਮੰਗ ਰਹੇ ਹਾਂ, ਪੰਥ ਦਾ ਸਿਰ ਉੱਚਾ ਕੀਤਾ, ਬਾਦਸ਼ਾਹਤ ਕਾਇਮ ਕੀਤੀ। ਤੇ ਵੇਖੋ, ਜਿਹੜਾ ਦੁਨੀਆ ਦਾ ਬਾਦਸ਼ਾਹ ਹੁੰਦਾ ਉਹ ਤਖਤ ਤੇ ਬੈਠਦਾ ਹੈ। ਜਿਹੜਾ ਦੁਨੀਆ ਦਾ ਬਾਦਸ਼ਾਹ ਹੁੰਦਾ ਆਪਣੇ ਨਾਂ ਦੇ ਸਿੱਕੇ ਜਾਰੀ ਕਰਦਾ ਹੈ। ਜਿਹਦਾ ਸਿੱਕਾ ਚੱਲਦਾ, ਕਹਿੰਦੇ ਇਹਦੀ ਬਾਦਸ਼ਾਹਤ ਹੈ। ਪਰ ਸਿੱਖੀ ਦੇ ਅੰਦਰ ਵੱਡੇ ਕਿਵੇਂ ਹੋਈਦਾ? ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ
ਸਭ ਤੇ ਉੱਚਾ। ਇੱਥੇ ਉੱਚਾ ਹੋਇਆ ਜਾਂਦਾ ਆਪਣੇ ਆਪ ਨੂੰ ਨੀਵਾਂ ਬਣਾ ਕੇ। ਰਾਜ ਸਥਾਪਿਤ ਕਰਨ ਵਾਲੇ ਪੰਥ ਦੇ ਜਰਨੈਲ ਨੇ ਜਿਹੜੇ ਸਿੱਕੇ ਜਾਰੀ ਕੀਤੇ, ਇਹ ਨਹੀਂ ਕਿਹਾ ਕਿ ਬੰਦਾ ਸਿੰਘ ਦਾ ਰਾਜ ਆਖਿਆ, ਇਹ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਸਾਹਿਬ ਦਾ ਹਲੇਮੀ ਰਾਜ ਹੈ। ਅਰਦਾਸ ਕਰਦੇ ਹਾਂ ਰੱਬ ਕਰੇ ਉਹ ਹਲੇਮੀ ਰਾਜ ਫਿਰ ਸਥਾਪਿਤ ਹੋਵੇ, ਦੁਨੀਆ ਨੂੰ ਨਿਆਂ ਮਿਲੇ, ਇਨਸਾਫ ਮਿਲੇ। ਅਸੀਂ ਸਦਾ ਉਸ ਹਲੇਮੀ ਰਾਜ ਦੇ ਮੁਦਈ ਰਹਿਣਾ ਸਾਧ ਸੰਗਤ, ਜਿੱਥੇ ਸਾਰੀ ਮਨੁੱਖਤਾ ਨੂੰ ਬਰਾਬਰਤਾ ਮਿਲੇ, ਜਿੱਥੇ ਸਾਰੇ ਭੁੱਖਿਆਂ ਦੇ ਮੂੰਹ ਵਿੱਚ ਭੋਜਨ ਪਏ, ਜਿੱਥੇ ਫਿਰਕਿਆਂ ਦੀ ਵੰਡ ਨਾ ਹੋਵੇ। ਉਹ ਵੱਡੇ ਆਪਣਾ ਆਪਾ ਮਿਟਾਉਣ ਵਾਲੇ ਵੱਡੇ ਸਾਧ ਸੰਗਤ, ਜੋ ਸਿੱਕੇ ਤੇ ਅੱਖਰ ਲਿਖੇ, ਸਿੱਕਾ ਜ਼ਦਬਰ ਹਰਦੋ ਆਲਮ ਤੇਗ ਨਾਨਕ ਵਾਹ ਬਸਤ, ਫਤਿਹ ਸ਼ਾਹੇ ਸ਼ਹਿਨਸ਼ਾਹ ਫਜ਼ਲ ਸੱਚਾ ਸਾਹਿਬ ਬਸਤ। ਇਹ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਹਰਦੋ ਆਲਮ ਸ਼ਾਹ ਹੈ ਜਿਹੜਾ ਨਾ, ਦੋ ਆਲਮ ਦਾ, ਇਹ ਉਹਦਾ ਰਾਜ ਹੈ। ਜਿਹੜੀ ਚਿੱਠੀ ਜਾਂਦੀ ਸੀ, ਜਿਹੜੀ ਮੋਹਰ ਲੱਗਦੀ, ਆਪਾਂ ਕਹਿੰਦੇ ਜੀ ਲੈਟਰ ਪੈਡ ਵੇਖ ਕੇ ਅਸੀਂ ਕਹਿੰਦੇ ਜੀ ਕਿਹੜੇ ਸਥਾਨ ਤੋਂ, ਕਿਹੜੇ ਮਹਿਕਮੇ ਤੋਂ ਚਿੱਠੀ ਆਈ ਹੈ, ਜਾਂ ਕਿਹੜੀ ਸਟੇਟ ਤੋਂ ਚਿੱਠੀ ਆਈ ਹੈ, ਕਿਹੜੇ ਰਾਜ ਤੋਂ ਚਿੱਠੀ ਆਈ ਹੈ। ਉਸ ਚਿੱਠੀ ਤੇ ਮੋਹਰ ਹੁੰਦੀ ਸੀ, ਅੱਖਰ ਹੁੰਦੇ ਸੀ, ਪਤਾ ਲੱਗਦਾ ਸੀ ਕਿਹਦੇ ਰਾਜ ਦੀ ਚਿੱਠੀ ਹੈ। ਤੇ ਉਹ ਲਿਖਿਆ ਹੁੰਦਾ ਸੀ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ। ਇਹ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਰਾਜ ਦੀ ਚਿੱਠੀ ਹੈ। ਆਪਣੇ ਆਪ ਨੂੰ ਨੀਵਾਂ ਬਣਾ ਕੇ ਉੱਚੇ ਹੋਣ ਵਾਲੇ ਐਸਾ ਰਾਜ ਸਥਾਪਿਤ ਕੀਤਾ ਗੁਰਮੁਖੋ। 12 ਮਈ 14 ਮਈ ਜ਼ੁਲਮ ਨੂੰ ਇਸ ਧਰਤੀ ਉੱਤੇ ਇਹ ਜਿਹੜੇ ਅੱਜ ਝੰਡੇ ਝੁੱਲ ਰਹੇ, ਕਿੱਥੇ ਝੁੱਲਣੇ ਸੀ ਸਾਧ ਸੰਗਤ? ਇੱਥੇ ਤੇ ਹੈਦਰੀ ਝੁੱਲਦੇ ਸੀ, ਇੱਥੇ ਤੇ ਜ਼ੁਲਮੋ ਸਿਤਮ ਦੀ ਚੱਕੀ ਚੱਲਦੀ ਸੀ। ਸਿਰ ਝੁਕਾਉਣਾ ਪਵੇਗਾ ਉਹਨਾਂ ਦੀ ਕਰਨੀ ਨੂੰ, ਜਿਨ੍ਹਾਂ ਨੇ ਆਪ ਮਿਟ ਕੇ ਸਾਨੂੰ ਵਡਿਆਈਆਂ ਦਿੱਤੀਆਂ, ਸਰਦਾਰੀ ਬਖਸ਼ਿਸ਼ ਕੀਤੀ ਸਾਨੂੰ, ਸਾਡੇ ਅੰਦਰ ਰਾਜ ਦੇ ਸੁਪਨੇ ਪੈਦਾ ਕੀਤੇ। ਤੇ ਅਸੀਂ ਅਰਦਾਸਾਂ ਕਰਦੇ ਹਾਂ, ਮੈਂ ਫੇਰ ਕਹਿੰਦਾ ਵੀ ਇਹ ਸਾਡਾ ਮਿਸ਼ਨ ਹੈ ਕਿ ਵਾਹਿਗੁਰੂ ਕਰੇ ਸਾਰੀ ਕਾਇਨਾਤ ਉੱਤੇ ਉੱਦਾਂ ਦਾ ਹਲੇਮੀ ਰਾਜ ਹੋਵੇ, ਜਿਹੜਾ ਰਾਜ ਨਿਆਂ ਕਰਨ ਵਾਲਾ ਸੀ, ਇਨਸਾਫ ਕਰਨ ਵਾਲਾ ਸੀ, ਦਇਆ ਵੰਡਣ ਵਾਲਾ ਸੀ, ਜਿਸ ਰਾਜ ਵਿੱਚ ਮਨੁੱਖਤਾ ਧਰਮ ਸੀ। ਤੇ ਸਦਾ ਸਿੱਖ ਪੜ੍ਹਦੇ ਹੀ ਰਹਿਣਗੇ, ਉਸ ਰਾਜ ਦਾ ਤਸੱਵਰ ਕਰਕੇ ਰਾਜ ਕਰੇਗਾ ਖਾਲਸਾ। ਰਾਜੇ ਬਣਾਇਆ ਜੀ ਸਾਨੂੰ, ਆਪਾ ਮਿਟਾ ਕੇ ਪੁੱਤਾਂ ਦੇ ਕਾਲਜੇ ਮੂੰਹ ਚ ਪਵਾ ਕੇ। ਕੈਸੇ ਕੌਮ ਦੇ ਆਗੂ ਸਨ ਜੀ ਉਹ। ਸ਼ੋਹਰਤ ਤੇ ਸੋਭਾ, ਸਿੱਖੀ ਦੇ ਅੰਦਰ ਸ਼ੋਹਰਤ ਤੇ ਸੋਭਾ ਅਹੁਦਿਆਂ ਨਾਲ ਨਹੀਂ ਮਿਲਦੀ, ਇੱਥੇ ਸ਼ੋਹਰਤ ਤੇ ਸੋਭਾ ਆਪਾ ਮਿਟਾ ਕੇ ਸੱਚ ਕਮਾ ਕੇ ਮਿਲਦੀ ਹੈ ਗੁਰਮੁਖੋ। ਅਸੀਂ ਸਦਾ ਉਹਨਾਂ ਨੂੰ ਸਿਰ ਝੁਕਾਉਂਦੇ ਰਹਾਂਗੇ, ਉਹਨਾਂ ਜਰਨੈਲਾਂ ਨੂੰ ਜੀ। ਬਾਬਾ ਬਾਜ ਸਿੰਘ ਨੂੰ ਪਹਿਲਾ ਗਵਰਨਰ ਥਾਪਿਆ ਸਰਹੰਦ ਦਾ, ਪਹਿਲਾ ਪ੍ਰਬੰਧਕ ਥਾਪਿਆ। ਤੇ ਜਿਹੜਾ ਦੇਸ਼ ਦਾ ਰੈਵਨਿਊ ਸਿਸਟਮ ਅੱਜ ਚੱਲ ਰਿਹਾ ਨਾ ਜੀ, ਇਹ ਸਿੱਖ ਰਾਜ ਦੀ ਦੇਣ ਹੈ, ਭੁੱਖਿਆਂ ਦੇ ਮੂੰਹ ਵਿੱਚ ਭੋਜਨ ਪਾਉਣਾ। ਇਸ ਧਰਤੀ ਉੱਤੇ ਜ਼ਗੀਰਦਾਰੀ ਸਿਸਟਮ ਸੀ। ਜ਼ਗੀਰਦਾਰ ਹਜ਼ਾਰਾਂ ਕਿੱਲੇ ਜ਼ਮੀਨ ਦਾ ਮਾਲਕ ਹੁੰਦਾ ਸੀ, ਪਿੰਡਾਂ ਦੇ ਪਿੰਡ ਜ਼ਗੀਰਦਾਰ ਦੇ ਹੁੰਦੇ ਸੀ, ਤੇ ਲੋਕ ਮੁਜ਼ਾਰੇ ਸੀ, ਸਿਰਫ ਉਹ ਮਿਹਨਤ ਕਰਦੇ ਸੀ, ਮਾਲ ਲੁੱਟ ਕੇ ਜ਼ਗੀਰਦਾਰ ਲੈ ਜਾਂਦੇ ਸੀ, ਰਜਵਾੜੇ ਲੈ ਜਾਂਦੇ ਸੀ, ਲੋਕਾਂ ਦੇ ਪੱਲੇ ਕੁਝ ਵੀ ਨਹੀਂ ਸੀ ਰਹਿੰਦਾ। ਤੇ ਜਦੋਂ ਇਹ ਖਾਲਸਾ ਰਾਜ ਸਥਾਪਿਤ ਹੋਇਆ, ਸਭ ਤੋਂ ਪਹਿਲਾ ਹੁਕਮ ਇਹ ਜਾਰੀ ਕੀਤਾ ਕਿ ਜ਼ਮੀਨ ਜਿਹੜੇ ਹੱਲ ਥੱਲੇ ਵਗਦੀ ਆ ਉਹੀ ਜ਼ਮੀਨ ਦਾ ਮਾਲਕ ਹੋਏਗਾ। ਕੰਗਾਲਾਂ ਨੂੰ, ਮਜ਼ਦੂਰਾਂ ਨੂੰ, ਮੁਜ਼ਾਰਿਆਂ ਨੂੰ ਜ਼ਮੀਨਾਂ ਵਾਲੇ ਬਣਾਇਆ। ਵੱਡੇ ਉਮਰਾਂ ਨਾਲ ਨਹੀਂ ਹੋਇਆ ਜਾਂਦਾ, ਵੱਡੇ ਸ਼ੋਹਰਤਾਂ ਨਾਲ ਨਹੀਂ ਹੋਇਆ ਜਾਂਦਾ। ਆਪਣੇ ਪੁੱਤਾਂ ਦੇ ਕਾਲਜੇ ਮੂੰਹ ਚ ਪਵਾ ਕੇ ਤੇ ਸੱਚ ਕਮਾ ਕੇ, ਦੁਨੀਆ ਨੂੰ ਇਨਸਾਫ ਦਵਾ ਕੇ, ਫਿਰ ਉਹ ਉਹਨਾਂ ਮਰਤਬਿਆਂ ਤੇ ਪਹੁੰਚਦੇ ਆ ਕਿ ਲੁਕਾਈ ਉਹਨਾਂ ਨੂੰ ਸਦਾ ਸਿਰ ਝੁਕਾ ਕੇ ਕਹਿੰਦੇ ਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਦੋਂ ਇਤਿਹਾਸ ਨੂੰ ਚੇਤੇ ਕਰੋਗੇ ਨਾ, ਠੀਕ ਹੈ ਜ਼ਰੂਰ ਨਾਮ ਜਪੋ, ਬਾਣੀ ਪੜ੍ਹੋ, ਪਰ ਜਿਨ੍ਹਾਂ ਨੇ ਬਾਣੀ ਦੇ ਸੱਚ ਨੂੰ ਕਮਾਇਆ ਹੈ ਨਾ, ਉਹਨਾਂ ਨੂੰ ਚੇਤੇ ਕਰੋ। ਤੁਹਾਡੇ ਅੰਦਰ ਹਿੰਮਤ ਆਏਗੀ, ਤੁਹਾਡੇ ਅੰਦਰ ਬਲ ਆਏਗਾ, ਤੁਹਾਡੇ ਸੁਪਨੇ ਸਾਕਾਰ ਹੋਣਗੇ ਗੁਰਸਿੱਖ ਪਿਆਰਿਓ। ਅਸੀਂ ਮਨੁੱਖਤਾ ਦੇ ਭਲੇ ਵਾਸਤੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਦੁਨੀਆ ਦੇ ਉੱਤੇ ਉਹ ਹਲੀਮੀ ਰਾਜ ਹੋਵੇ। ਉਸ ਭਾਗਾਂ ਵਾਲਾ ਦਿਨ ਆਵੇ ਜਿੱਦਣ ਕੰਗਾਲਾਂ ਨੂੰ ਅਧਿਕਾਰ ਮਿਲ ਜਾਣ ਤੇ ਉਹ ਰੋਜੀ ਤੇ ਰੋਟੀ ਜੋਗੇ ਹੋ ਜਾਣ, ਜਿੱਦਣ ਨਫ਼ਰਤ ਦੀਆਂ ਕੰਧਾਂ ਢਹਿ ਜਾਣ।
तो सच्चे पातशाह महाराज साडे ते बख्शिश कर रहे हैं। बंदे दे अंदर बड़ी वड्डी भुख है वड्डा होण दी, मैं वड्डा होवां। हाँ, सिੱਖੀ च वडियाई मिलती है, नीच जात हर जपतियां उत्तम पदवी पाए। कोई गावे को सुनै हरनामा चित लाए, कहो कबीर संसा नहीं अंत परम पद पाए। सिੱਖੀ च वडियाई कमाई जाती है साध संगत जी, ये कोई परोसन वाला अहुदा नहीं है कि दुनिया वाह वाह करन लग पैण। वो डंडे के जोर ते करवाया जा सकता है। जिन्हां कोल ताकत आईयां उन्होंने अपनी अपनी जय जयकार करवाई तो मिट गए दुनिया के विचों बड़े बड़े राजे शहनशाह इस धरती ते। औरंगजेब कहंदा सी मैं ही खुदा हाँ, मेरे हुक्म तो बिना पत्ता नहीं हिल सकता। डंडे के जोर के उत्ते जय जयकार भी हुई होएगी, मिट्टी च मिल गए साध संगत। महाराज सच्चे पातशाह कहते भी मनुख की वड्डी भुख है, मैं उम्र करके वड्डा होवां, मैं शोहरत करके वड्डा होवां। गुरु साहब कहते मान लो हो गया, जे मान लो जे हो जाए। इस पौड़ी नूं शुरू कित्थों कीता? मान लो जे हो जाए। कहते जे जुग चारे आरजा होर दसूणी होए, नवां खंडां विच छड्ड। तूं एक शहर की गल छड्ड, एक देश की गल छड्ड, एक टापू की गल छड्ड। धरती उत्ते जिन्ने खंड ने, जिन्ने हिस्से ने, हर हिस्से च तेरी चर्चा हो रही होवे। देसां प्रदेसां च लोकी जानते हैं जी, तुसीं जानते नहीं मैनू। बंदे दा जोर ही जनाउण ते लग जांदा जी। जिहड़ा धर्म की यात्रा है गुरमुखो, धर्म का जिहड़ा मार्ग है, देखो दुनिया का राह शुरू हुंदा है पहला जन्म फिर मरण। भावें कोई एक दिन का हो के मर जाए, भावें कोई 100 साल का हो के मर जाए, पहला जन्म फिर मरण। पर गुरमत के अंदर जिहड़ा मार्ग है, इत्थे पहला मरण फिर जन्म। इत्थे पहला मरण कबूल जीवन की छाड़ आस, हो सबन की रेणका तो आओ हमारे पास। इत्थे ते आप गवाही है, पहला मरण ते फिर जीवन है। तो जिदन फिर जीवन मिलता है ना जी, उस दिन मरना नहीं पैंदा। सतगुर कै जन्मै गवन मिटाया, ऐसा मरो जित बहुर ना मरना। ताइए तो जूंदे ने, वो शोहरत करके संघासना ते नहीं बैठे, उन्हें शोहरत करके अपने सिक्के नहीं जारी किए, उन्हें शोहरत करके अपने आप को शहनशाह नहीं खवाया। आख्या शहनशाह गुरु गोबिंद सिंह महाराज है। अपने आप को मारिया, सदा ਲਈ जीवन मिल गया। साडा सारा गुरसिखां का इतिहास इत्थे भरिया पिया है। धन गुरु हरगोबिंद साहब जी के प्रेम च रंगे गए मुसलमान प्रेमी सैयद जानी, जिन्होंने शोह मिली ख्वाजा रोशन तो। ख्वाजा रोशन को जाके कहते कित्थों खुदाई रंग लग्या, की करना पैंदा है? ते ख्वाजा रोशन ने कहा फरियाद कर, रंगण वाला आपे रंग दिंदा है। याद कर, ऐसी लगन लगी। इतिहास दसदा है कि दिन रात यही मंत्र रटते ने। मंत्र बन गया जी, जानी को जानी मिला दो, जानी को जानी मिला दो, सैयद जानी। ढूंढते लभदे गुरु हरगोबिंद साहब जी के दर ते आके बैठ गए। सच्चे पातशाह जी श्री हरगोबिंदपुर की धरती ते सन। दिन रात बेबल हो के ये दरवेश कूकदा है, जानी को जानी मिला दो, जानी को जानी मिला दो। मेरा साहिब अंतरजामी अंदर दी वेदना नूं समझदा है, मन की बिरथा नूं जानदा है। पट्ठी च पिया होया सोना कुंदन बन रहा है, विराग जिंदगी नूं शुद्ध कर रहा है। समा गुजरदा गया, तड़प वधदी गई, चीस उठती गई, जानी को जानी मिला दो। महाराज ने एक दिन बचन किया, जिथे सैयद जानी बैठा उत्थे दीवार खड़ी कर दिओ। अगे तो दूरों झलक मिल जाती सी, दीवार खड़ी हो गई।
ਦੀਵਾਰ ਦੇ ਪਾਰਲੇ ਪਾਸੇ ਬੈਠੇ ਹੁਨਾਲੇ ਸਿਆਲੇ ਜਰਦੇ ਸੈਯਦ ਜਾਨੀ ਨਿਤ ਕੂਕਦੇ ਆ, ਜਾਨੀ ਕੋ ਜਾਨੀ ਮਿਲਾ ਦਿਓ। ਤੇ ਇੱਕ ਦਿਨ ਉਹ ਆਇਆ, ਸਿੱਖ ਸੰਗਤਾਂ ਨੇ ਅਰਜ਼ ਕੀਤੀ, ਮਹਾਰਾਜ ਤੁਠੋ, ਰਹਿਮ ਕਰੋ, ਫਰਿਆਦ ਨੂੰ ਫਲ ਲਾਓ। ਤੇ ਮਹਾਰਾਜ ਕਹਿੰਦੇ ਜਾਓ ਸੈਯਦ ਜਾਨੀ ਨੇ ਕਹੋ, ਜੇ ਮਿਲਣ ਦੀ ਇੰਨੀ ਤੜਪ ਹੈ ਤੇ ਬਚਨ ਕੀ ਵਰਤਿਆ, ਕਹਿੰਦੇ ਜਾ ਮਰ ਜਾ। ਕਿਸੇ ਨੇ ਖਬਰ ਦਿੱਤੀ, ਸੈਯਦ ਜਾਨੀ, ਗੁਰੂ ਸਾਹਿਬ ਜੀ ਕਹਿੰਦੇ ਜਾਨੀ ਨੂੰ ਜੇ ਮਿਲਣ ਦੀ ਇੰਨੀ ਤੜਪ ਹੈ ਤੇ ਜਾ ਮਰ ਜਾ। ਸੈਯਦ ਜਾਨੀ ਨੇ ਆ ਵੇਖਿਆ ਨਾ ਤਾਂ ਵੇਖਿਆ, ਕਹਿੰਦਾ ਇੱਕ ਵਾਰੀ ਮੈਂ ਕਰੋੜਾਂ ਵਾਰੀ ਮਰਨ ਨੂੰ ਤਿਆਰ ਹਾਂ, ਜਾਨੀ ਮਿਲ ਜਾਏ। ਕੋਲ ਬਿਆਸ ਦਰਿਆ ਵਗਦਾ ਸੀ, ਭੱਜ ਤੁਰੇ ਛਾਲ ਮਾਰਨ ਨੂੰ। ਮਹਾਰਾਜ ਨੇ ਘੋੜ ਸਵਾਰ ਭੇਜ ਕੇ ਮੰਗਵਾਇਆ, ਕਹਿਣ ਲੱਗੇ ਨਹੀਂ, ਅੰਦਰੋਂ ਮਰਨਾ, ਜਿੱਦਣ ਮਰ ਗਏ ਉਦਣ ਜੀਵਨ ਮਿਲ ਜਾਣਾ। ਸੈਯਦ ਜਾਨੀ ਇੰਨਾ ਮਿਟ ਗਿਆ, ਗੁਰੂ ਸਾਹਿਬ ਜੀ ਨੇ ਗਲ ਨਾ ਲਾਇਆ। ਤੇ ਜਿਹੜਾ ਕੰਧੋਂ ਪਾਰਲੇ ਪਾਸੇ ਅਣਗੌਲਿਆ ਹੋਇਆ ਸੀ ਨਾ ਜੀ, ਉਹ ਧਰੂ ਤਾਰੇ ਵਾਂਗੂ ਚਮਕਦਾ ਅੱਜ ਸਾਨੂੰ ਮਾਰਗ ਦੱਸਦਾ ਵੀ ਕਿਵੇਂ ਜਾਨੀ ਮਿਲਦਾ। ਕੀ ਹੋਏਗਾ ਜੇ ਉਮਰ ਲੰਬੀ ਹੋ ਗਈ? ਪਹਿਲਾਂ ਮਰ, ਫਿਰ ਜੀਵਨ ਸ਼ੁਰੂ ਹੁੰਦਾ ਹੈ। ਦੁਨੀਆ ਦੇ ਵਿੱਚ ਪਹਿਲਾਂ ਜੀਵਨ ਹੈ, ਫਿਰ ਮਰਨਾ ਹੈ। ਪਰ ਗੁਰੂ ਦੇ ਘਰ ਪਹਿਲਾਂ ਮਰਨਾ ਹੈ, ਫਿਰ ਜੀਵਨ ਹੈ। ਜੀਵਨ ਮਿਲ ਗਿਆ ਮੰਨ ਲਓ ਸਰੀਰ ਕਰਕੇ, ਅਸੀਂ ਅਰਦਾਸਾਂ ਕੀਤੀਆਂ ਜੀ, ਅਸੀਂ ਸਾਧਨ ਜਿਹੜਾ ਕਿਸੇ ਕੋਲ ਅਰਦਾਸ ਸਾਧਨ ਹੈ, ਕਿਸੇ ਕੋਲ ਡਾਕਟਰ ਸਾਧਨ ਹੈ, ਜੋਗੀਆਂ ਦੇ ਕੋਲ ਹੱਠ ਜੋਗ ਸਾਧਨ ਸੀ, ਠੀਕ ਹੈ ਜੀ, ਵਧਾ ਲਈ ਉਮਰ। ਜੇ ਮੰਨ ਲਓ, ਜੇ ਦਾ ਮਤਲਬ ਹੁੰਦਾ ਮੰਨ ਲਓ, ਕੰਡੀਸ਼ਨ ਹੈ, ਸਾਡੇ ਸਾਹਮਣੇ ਆਪਸ਼ਨ ਹੈ, ਮੰਨ ਲਓ ਜੀ ਇੱਦਾਂ ਹੋ ਜਾਏ, ਮੰਨ ਲਓ ਕਰੋੜ ਸਾਲ ਉਮਰ ਹੋ ਜਾਏ, ਫਿਰ ਕੀ ਹੋਏਗਾ? ਅਸੀਂ ਇੱਕ ਬਚਨ ਪੜ੍ਹਦੇ ਹਾਂ ਬਾਣੀ 'ਚ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ ਜੀਵੈ, ਜਿਉਂਦਾ ਹੈ, ਜੂ ਰਿਹਾ ਹੈ, ਪਰ ਪੱਤ ਗਵਾ ਕੇ ਜੂ ਰਿਹਾ, ਤੇ ਕਾਹਦਾ ਜੀਵਿਆ? ਹਰਾਮ ਐਸੇ ਜਿਉਣ ਦੇ। ਫਿਰ ਮੈਂ ਬੜੀ ਵਾਰੀ ਜ਼ਿਕਰ ਕਰਦਾ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਕਿਹਾ, ਜੀਵਨ ਮਿਲੇਗਾ, ਲੰਬਾ ਜੀਵਨ ਮਿਲੇਗਾ, ਤੁਹਾਡਾ ਖਿਆਲ ਰੱਖਾਂਗੇ, ਸੁੱਖ ਸੁਵਿਧਾ ਦਿਆਂਗੇ, ਪਰ ਪੱਤ ਗਵਾ ਕੇ ਜੀਓ, ਸਿਰ ਝੁਕਾ ਕੇ ਜੀਓ, ਮੁਥਾਜੀ ਕਰਕੇ ਹਾਕਮ ਦੀ ਜੀਓ, ਗਿੜ ਗੜਾ ਕੇ ਭਿੱਖਿਆ ਮੰਗ ਕੇ ਹਾਕਮ ਕੋਲੋਂ ਜੀਓ, ਹਾਕਮ ਦੇ ਦਰਬਾਰ ਵਿੱਚ ਸਿਰ ਝੁਕਾਉਂਦੇ ਆਓ, ਹਾਕਮ ਦੇ ਦਰਬਾਰ ਵਿੱਚ ਝੁਕ ਝੁਕ ਸਲਾਮਾਂ ਕਰੋ, ਫਿਰ ਤੁਹਾਨੂੰ ਜੀਵਨ ਮਿਲੇਗਾ। ਤੇ ਮੇਰੇ ਗੁਰੂ ਦੇ ਲਾਲਾਂ ਨੇ ਪੂਰਨੇ ਪਾ ਕੇ ਸਿੱਖ ਪੰਥ ਨੂੰ ਸਮਝਾਇਆ ਸੀ, ਪੂਰਨੇ ਪਾ ਕੇ, ਜੋ ਹਾਕਮ ਦੇ ਸਾਹਮਣੇ ਕਿਹਾ ਸੀ, ਕਹਿੰਦੇ ਤੇਰੇ ਅੱਗੇ ਗਿੜ ਗੜਾ ਕੇ ਜਿਹੜਾ ਜੀਵਨ ਮਿਲੇਗਾ, ਉਹਦੇ 'ਚ ਕਦੀ ਮੌਤ ਨਹੀਂ ਆਏਗੀ। ਬਾਬਾ ਫਤਿਹ ਸਿੰਘ ਬੋਲੇ ਸਨ, 100 ਸਾਲ ਇਹੀ ਗੱਲ, ਜੇ ਮਤਲਬ ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਵੇ, ਹੋਰ ਦਸੂਣੀ ਵੀ ਹੋ ਜਾਏ, ਫਿਰ ਮੌਤ ਨਹੀਂ ਆਏਗੀ। ਤੇ ਜੇ ਮੌਤ ਨਹੀਂ ਆਉਣਾ ਹੀ ਹੈ, ਤੇ ਪੱਤ ਗਵਾ ਕੇ ਕਿਉਂ ਜੀਵੀਏ ਜੀ? ਸਿਰ ਝੁਕਾ ਕੇ ਕਿਉਂ ਜੀਵੀਏ ਜੀ? ਜੇ ਤੇ ਗੁਰਮੁਖੋ ਲੱਭ ਹੁੰਦਾ, ਜੇ ਤੇ ਵਾਕਈ ਪਦਵੀਆਂ ਸ਼ੋਹਰਤਾਂ ਦੀ ਭੁੱਖ ਹੁੰਦੀ, ਤੇ ਸਿਰ ਝੁਕ ਜਾਣਾ ਸੀ। ਪਰ ਪਹਿਲਾਂ ਮਰੇ ਨੇ, ਉਸ ਮਰਨ ਵਿੱਚੋਂ ਜੀਵਨ ਮਿਲਿਆ, ਜਿਨ੍ਹਾਂ ਦੀ ਯਾਦ ਵੀ ਅੱਜ ਮੁਰਦਿਆਂ ਨੂੰ ਜ਼ਿੰਦਗੀ ਦਿੰਦੀ ਆ। ਜੇ ਜੀਵੈ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੇ ਇਤਿਹਾਸ ਬਣ ਗਏ ਉਹ ਬੋਲ ਜਿਹੜੇ ਅੱਲਾ ਯਾਰ ਖਾਂ ਜੋਗੀ ਨੇ ਲਿਖੇ ਕਿ 7 ਸਾਲ ਜੀकर भी मरना जरूर है, सर कौम से बचाकर जीना ये गैरत से दूर है। ਅਸੀਂ ਸਦੀਆਂ ਜੂ ਲਵਾਂਗੇ ਤਾਂ ਵੀ ਤੇ ਮਰਨਾ ਜ਼ਰੂਰੀ ਹੈ, ਤੇ ਫਿਰ ਬੇਗੈਰਤ ਹੋ ਕੇ ਕਿਉਂ ਮਰੀਏ? ਹਾਕਮਾਂ ਅੱਗੇ ਝੁਕਣ ਨਾਲੋਂ ਇਹ ਸਿਰ ਕਲਮ ਹੋ ਜਾਏ ਸਾਡਾ ਤੇ ਚੰਗਾ। ਛੁਰੇ ਚੱਲੇ, ਸਾਹ ਰਗਾਂ ਕੱਟੀਆਂ, ਖੂਨ ਵਿੱਚ ਸਰੀਰ ਤਰ-ਬਤਰ ਹੋ ਗਏ, ਪਰ ਉਸ ਮਰਨ ਵਿੱਚੋਂ ਐਸਾ ਜੀਵਨ ਮਿਲਿਆ ਜਿਹੜਾ ਕੌਮ ਦੀ ਜ਼ਿੰਦਗੀ ਬਣ ਗਿਆ, ਕੌਮ ਦੀ ਹਯਾਤ ਬਣ ਗਿਆ ਜਿਹੜਾ ਮਰਨਾ। ਮਹਾਰਾਜ ਸਾਨੂੰ ਸਮੱਤ ਦੇਣ ਸਾਧ ਸੰਗਤ। ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਸਮਝਾ ਰਹੇ ਆ ਕਿ ਭਾਗਾਂ ਵਾਲਿਓ, ਜੇ ਮੰਨ ਲਓ ਮਿਲ ਜਾਏ ਤੇ ਕੀ ਫਰਕ ਪਏਗਾ ਇਹਦੇ ਨਾਲ? ਅਸੀਂ ਜੇ ਮੰਨ ਲਓ ਮਰੇ ਹੀ ਨਹੀਂ 200, 300, 400 ਸਾਲ, ਜੇ ਸਾਨੂੰ ਬਹੁਤ ਸ਼ੋਹਰਤ ਮਿਲ ਗਈ, ਬੜੀ ਪਦਵੀ ਮਿਲ ਗਈ, ਕੀ ਫਰਕ ਪਏਗਾ? ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲਿਆ ਸਭ ਕੋਏ। ਬੜੀ ਤੂਤੀ ਬੋਲਦੀ ਹੈ ਜੀ, ਬੜਾ ਨਾਂ ਚੱਲਦਾ।
ਤੇ ਦੁਨੀਆ ਨਾਲ ਤੁਰਦੀ ਹੈ ਜੀ। ਜੇ ਬੰਦਾ ਨਾਲ ਤੁਰਨ ਦਾ ਮਤਲਬ ਵੀ ਬੜਾ ਵੱਡਾ ਲੋਕਾਂ ਦਾ ਹਜੂਮ ਇਹਦੇ ਨਾਲ ਤੁਰਦਾ, ਇਹਦੀ ਹਾਂ 'ਚ ਹਾਂ ਮਿਲਾਉਂਦਾ। ਬੰਦਾ ਇਸੇ ਗੱਲ ਦਾ ਮਾਣ ਕਰਦਾ, ਮੇਰੇ ਪਿੱਛੇ ਕਿੰਨੀ ਜਨਤਾ ਹੈ, ਮੇਰੇ ਪਿੱਛੇ ਕਿੰਨੀ ਦੁਨੀਆ ਹੈ, ਨਾਲ ਚੱਲਿਆ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਫਿਰ ਕੌਣ ਪੁੱਛਦਾ ਭਾਈ? ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਰਾਜਾ ਸੀ ਭਾਈ ਡੱਲਾ, ਰਿਆਸਤ ਸੀ ਉਹਦੀ, ਨੌਕਰ ਚਾਕਰ ਫੌਜਾਂ ਨੇ ਕੋਲ, ਮਹਾਰਾਜ ਦੀ ਹਜ਼ੂਰੀ ਵਿੱਚ ਹੈ। ਤੇ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ, ਮਹਾਰਾਜ ਜੀ ਅਮਰ ਪਦਵੀ ਕੀ ਹੁੰਦੀ ਹੈ? ਅਮਰ ਪਦਵੀ ਕੀ ਹੁੰਦੀ ਹੈ ਮਹਾਰਾਜ? ਮੇਰੇ ਕੋਲ ਦੌਲਤ ਹੈ, ਮੇਰੇ ਕੋਲ ਫੌਜ ਹੈ, ਗੁਰੂ ਸਾਹਿਬ ਜੀ ਅਮਰ ਪਦਵੀ ਕੀ ਹੁੰਦੀ ਹੈ, ਕਿਵੇਂ ਮਿਲਦੀ ਹੈ? ਜਿਹੜਾ ਮਰਨ ਚੋਂ ਜੀਵਨ ਮਿਲਦਾ ਹੈ, ਇਹ ਕਿਵੇਂ ਮਿਲਦਾ ਹੈ? ਹੁਣ ਕੀ ਜਨੂਨ ਸੀ ਸਿੱਖਾਂ ਦੇ ਅੰਦਰ, ਜਿਹੜੇ ਛਾਲਾ ਮਾਰ ਖੌਫ ਹੀ ਖਤਮ ਕਰ ਦਿੱਤਾ ਨਾ ਮੌਤ ਦਾ। ਬਾਣੀ ਨੇ ਐਸਾ ਰੰਗ ਚਾੜਿਆ। ਕੱਲ ਆਪ ਜੀ ਸਰਵਣ ਕਰ ਰਹੇ ਸੀ ਵੀ ਇਹ ਪੌੜੀਆਂ ਨੇ, ਤੇ ਇਹ ਪੌੜੀਆਂ ਕਿੱਥੇ ਲੈ ਕੇ ਜਾਂਦੀਆਂ? ਵਾਕਈ ਚੜ੍ਹਿਆ ਹੋਏ 21 ਇਹ ਤਰ੍ਹਾਂ ਪਤ ਪਵੜੀਆਂ। ਇਹ ਜਿਹੜਾ ਮਰਨ ਤੋਂ ਸਫ਼ਰ ਸ਼ੁਰੂ ਹੋਇਆ ਨਾ, ਇਹ ਰੱਬ ਬਣਾਉਂਦਾ ਜੀ। ਰੱਬ ਜਿਹੜਾ ਜਨਮ ਤੋਂ ਸ਼ੁਰੂ ਹੋਇਆ ਸੀ, ਉਹ ਸਾਨੂੰ ਹੋ ਸਕਦਾ ਵਪਾਰੀ ਬਣਾ ਦੇ, ਹੋ ਸਕਦਾ ਸਾਨੂੰ ਫੈਕਟਰੀ ਇੰਡਸਟਰੀਲਿਸਟ ਬਣਾ ਦੇ, ਹੋ ਸਕਦਾ ਸਾਨੂੰ ਪ੍ਰੋਫੈਸਰ ਡਾਕਟਰ ਬਣਾ ਦੇ, ਪਰ ਜਿਹੜਾ ਮਰਨ ਤੋਂ ਸਫ਼ਰ ਸ਼ੁਰੂ ਹੋਇਆ ਇਹ ਰੱਬ ਬਣਾਉਂਦਾ ਹੈ, ਇਹ ਧਰਮੀ ਬਣਾਉਂਦਾ ਹੈ। ਬੜਾ ਪਿਆਰਾ ਸਵਾਲ ਕੀਤਾ ਸੀ ਭਾਈ ਡੱਲਾ ਜੀ ਨੇ, ਅਮਰ ਪਦਵੀ ਕਿਵੇਂ ਮਿਲਦੀ ਹੈ? ਮਹਾਰਾਜ ਨੇ ਕਿਹਾ, ਜਦੋਂ ਮੌਤ ਦੇ ਵਿੱਚੋਂ ਜ਼ਿੰਦਗੀ ਮਿਲਦੀ ਹੈ। ਉਹ ਕਿਵੇਂ ਮਿਲਦੀ ਹੈ? ਅੰਮ੍ਰਿਤ ਪਾਨ ਕਰਕੇ ਅੰਮ੍ਰਿਤ ਹੋ ਜਾਂਦਾ ਮਨੁੱਖ। ਜਦੋਂ ਬਾਣੀ ਦੀ ਪਾਹ ਚੜ੍ਹਦੀ ਹੈ, ਜਦੋਂ ਖੰਡੇ ਦੀ ਧਾਰ ਵਿੱਚੋਂ ਜਨਮ ਹੁੰਦਾ ਹੈ। ਤੇ ਕਲਗੀਧਰ ਪਾਤਸ਼ਾਹ ਜੀ ਨੇ ਕੌਤਕ ਵਰਤਾ ਕੇ ਦੱਸਿਆ ਸੀ, ਗੁਰਮੁਖੋ, ਮਿਸਤਰੀ ਉਦੇ ਸਿੰਘ ਲਾਹੌਰ ਵਾਸੀ ਸ਼੍ਰੀ ਦਮਦਮਾ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ, ਹਜ਼ੂਰ ਦੇ ਦਰਬਾਰ ਜਿੱਦਾਂ ਹੀ ਸਾਹਿਬ ਸਿੰਘਾਸਨ ਤੇ ਸਨ, ਆਪ ਜੀ ਵਰਗੇ ਗੁਰਸਿੱਖ ਬੈਠੇ ਸੀ। ਤੇ ਸਿੱਖ ਆਉਂਦੇ ਸੀ ਆਪਣੀ ਆਪਣੀ ਭੇਟਾ ਲੈ ਕੇ। ਦਿੱਲੀ ਦੀ ਸੰਗਤ ਗਈ ਸੀ, ਸ਼ੀਸ਼ਾ ਅੱਜ ਵੀ ਮੌਜੂਦ ਹੈ, ਦਿੱਲੀ ਦੇ ਪਿਆਰ ਦੀ ਨਿਸ਼ਾਨੀ ਹੈ ਜੀ। ਤਖਤ ਸ਼੍ਰੀ ਦਮਦਮਾ ਸਾਹਿਬ ਉਹ ਸ਼ੀਸ਼ਾ ਜੋ ਦਿੱਲੀ ਦੀ ਸੰਗਤ ਨੇ ਅਰਪਣ ਕੀਤਾ ਸੀ, ਅੱਜ ਵੀ ਮੌਜੂਦ ਆ। ਮਹਾਰਾਜ ਦੀ ਨਜ਼ਰੇ ਇਨਾਇਤ ਨਾਲ ਨਿਵਾਜਿਆ ਗਿਆ ਸ਼ੀਸ਼ਾ ਵੀ ਅੱਜ ਆਪਣੀ ਇੱਕ ਰੁਤਬਾ ਰੱਖਦਾ ਜੀ। ਤੁਹਾਡੇ ਪਿਆਰ ਨੂੰ ਅੱਜ ਵੀ ਲੋਕ ਸਿਰ ਝੁਕਾਉਂਦੇ ਜਾ ਕੇ ਉੱਤੇ। ਲਾਹੌਰ ਵਾਸੀ ਮਿਸਤਰੀ ਉਦੇ ਸਿੰਘ ਬੰਦੂਕ ਲੈ ਕੇ ਆਇਆ ਤੇ ਕਹਿੰਦਾ, ਮਹਾਰਾਜ ਜੀ ਇਸ ਬੰਦੂਕ ਦੀ ਖਾਸੀਅਤ ਇਹ, ਇਹਦੀ ਮਾਰ ਬਹੁਤ ਹੈ। ਸਵਾਲ ਸੀ ਭਾਈ ਡੱਲਾ ਜੀ ਦਾ ਵੀ ਅਮਰ ਪਦਵੀ ਕੀ ਹੈ ਜਿਹੜੀ ਮੌਤ ਵਿੱਚੋਂ ਜ਼ਿੰਦਗੀ ਮਿਲਦੀ ਹੈ, ਜਿੱਥੇ ਮੌਤ ਦਾ ਖੌਫ ਮੁੱਕ ਜਾਂਦਾ ਹੈ? ਕੀ ਹੈ 4 ਯੁੱਗ ਜੂਣਾ ਤੇ ਹੋਰ ਦਸੂਣੀ, ਕੀ ਫਰਕ ਪਏਗਾ ਜੀ? ਦਾਤਾ ਜੀ, ਜ਼ਿੰਦਗੀ ਤੇ ਭਾਵੇਂ ਬਾਬਾ ਫਤਿਹ ਸਿੰਘ ਵਾਂਗ 7 ਸਾਲ ਦੀ ਹੋਵੇ, ਪਰ ਗੈਰਤ ਦੀ ਹੋਵੇ। ਨਹੀਂ ਤੇ ਜੇ ਜੀਵੈ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਭ ਹਰਾਮ। ਕੀ ਕਰਾਂਗੇ ਉਸ ਪਦਵੀ ਨੂੰ ਤੇ ਭੋਗ ਨੂੰ? ਅਮਰ ਪਦਵੀ ਕੀ ਹੈ? ਮਹਾਰਾਜ ਨੇ ਉਹ ਬੰਦੂਕ ਹੱਥ ਵਿੱਚ ਫੜੀ। ਜਿਹੜਾ ਭਾਈ ਡੱਲਾ ਜੀ ਕਹਿੰਦੇ ਸੀ, ਮੇਰੇ ਸਿੱਖ ਤੁਹਾਡੇ ਤੋਂ ਮੇਰੇ ਜਿਹੜੇ ਸਿਪਾਹੀ ਨੇ ਤੁਹਾਡੇ ਤੋਂ ਮਰ ਮਿਟਦੇ, ਮੈਂ ਤੁਹਾਡੇ ਤੋਂ ਮਰ ਮਿਟਦਾ ਮਹਾਰਾਜ। ਆਵਾਜ਼ ਦਿੰਦੇ ਤੁਸੀਂ, ਮੈਂ ਹੋਣੀ ਬਦਲ ਦਿੰਦਾ, ਮੈਂ ਸਮਾਂ ਟਾਲ ਦਿੰਦਾ, ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ, ਅਨੰਦਪੁਰ ਸਾਹਿਬ ਨਾ ਛੱਡਣਾ ਪੈਂਦਾ। ਮਹਾਰਾਜ ਕਹਿੰਦੇ, ਭਾਈ ਡੱਲਾ ਜੀ ਆਪਣੇ ਕੁਝ ਸਿਪਾਹੀ ਦਿਓ, ਕੋਈ ਖੜਾ ਹੋਵੇ, ਅਸੀਂ ਬੰਦੂਕ ਦੀ ਮਾਰ ਪਰਖੀਏ, ਗੋਲੀ ਮਾਰ ਕੇ ਵੇਖੀਏ ਕਿ ਬੰਦੇ ਦੇ ਵਿੱਚ ਕਿੱਥੋਂ ਤੱਕ ਦੀ ਗੋਲੀ ਲੰਘਦੀ ਹੈ, ਕਿੰਨੀ ਕੁ ਦੂਰ ਤੱਕ ਹੈ। ਕਮਾਲ ਹੋ ਗਈ ਜੀ, ਕਿਹੜਾ ਗੋਲੀ ਦੇ ਅੱਗੇ ਆ ਕੇ ਖੜਾ ਹੋਵੇ? ਭਾਈ ਡੱਲਾ ਜੀ ਕਹਿੰਦੇ ਕੱਲਿਆਂ ਕੱਲਿਆਂ ਕੋਲ ਗਏ, ਜਿਨ੍ਹਾਂ ਨੂੰ ਕਹਿੰਦੇ ਸੀ ਜਾਨਾਂ ਵਾਰ ਦੇਣਗੇ। ਕਹਿੰਦੇ ਆਓ ਕੋਈ ਜ਼ਿੰਦਗੀ ਦਿਓ। ਉਹ ਕਹਿੰਦੇ ਜੀ ਨਹੀਂ, ਇੱਦਾਂ ਕਿਵੇਂ ਅਸੀਂ ਆਪਣੇ ਆਪ ਨੂੰ ਸਾਹਮਣੇ ਕਰ ਦਈਏ ਜੀ, ਮੌਕਾ ਆਏਗਾ ਵੇਖਾਂਗੇ। ਡੱਲਾ ਜੀ ਆ ਕੇ ਕਹਿੰਦੇ, ਮਹਾਰਾਜ ਜੀ ਆਇਆ ਨਹੀਂ ਕੋਈ ਵੀ। ਸਤਿਗੁਰੂ ਕਹਿੰਦੇ ਤੂੰ ਖੜਾ ਹੋ ਜਾ। ਕਹਿੰਦੇ ਗੁਰੂ ਸਾਹਿਬ ਜੀ ਕਿਤੇ ਜੰਗ 'ਚ ਵੇਖਾਂਗੇ, ਇੱਥੇ ਕਿੱਦਾਂ ਮਰੀਏ?
ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਉਹ ਤੰਬੂ 'ਚ ਸਾਡੇ ਸਿੱਖ ਕੰਮ ਲੱਗੇ ਹੋਣਗੇ, ਕੰਮ ਕਰ ਰਹੇ ਆ, ਕੋਈ ਲੰਗਰ ਲਈ ਲੱਕੜਾਂ ਲਿਆ ਰਿਹਾ, ਕੋਈ ਘੋੜਿਆਂ ਦੀ ਟਹਿਲ ਕਰ ਰਿਹਾ, ਕੋਈ ਪ੍ਰਸ਼ਾਦਾ ਪਕਾ ਰਿਹਾ। ਇੱਦਾਂ ਸਿੰਘ ਕੰਮ ਵੀ ਕਰਦੇ ਸੀ, ਸਿਪਾਹੀ ਵੀ ਸੀ, ਸੰਤ ਵੀ ਸੀ, ਨਾਮ ਵੀ ਜਪਦੇ ਸੀ, ਬਾਣੀ ਦੇ ਵੀ ਅਭਿਆਸੀ। ਪਰ ਇਹ ਕਹਿੰਦੇ ਆਵਾਜ਼ ਮਾਰੀ ਕਿਸੇ ਨੂੰ, ਬੰਦੂਕ ਦੇ ਅੱਗੇ ਖੜੇ ਹੋਣਾ। ਦੋ ਸਿੱਖ ਭੱਜੇ ਆਏ, ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ। ਇਤਿਹਾਸ ਕਹਿੰਦਾ ਇੱਕ ਆਟਾ ਗੁੰਨ ਰਿਹਾ ਸੀ, ਹੱਥ ਆਟੇ ਨਾਲ ਭਰੇ ਹੋਏ ਆ, ਉਹਨੇ ਹੱਥ ਪਿੱਛੇ ਕੀਤੇ ਆ। ਇੱਕ ਦੁਮਾਲਾ ਦਸਤਾਰ ਸਜਾ ਰਿਹਾ ਸੀ, ਭੱਜੇ ਆਏ। ਇੱਕ ਕਹਿੰਦਾ ਜੀ ਮੈਂ ਪਹਿਲਾਂ ਆਵਾਜ਼ ਸੁਣੀ ਸੀ, ਦੂਜਾ ਕਹਿੰਦਾ ਜੀ ਮੈਂ ਸੁਣੀ ਸੀ ਪਹਿਲਾਂ ਆਵਾਜ਼, ਮੇਰੀ ਛਾਤੀ ਵਿੱਚ ਗੋਲੀ ਮਾਰੋ ਸਤਿਗੁਰੂ ਜੀ, ਮੇਰੀ ਛਾਤੀ 'ਚ ਗੋਲੀ ਮਾਰ ਕੇ ਵੇਖੋ, ਮੇਰੇ ਤੇ ਪਰਖੋ ਬੰਦੂਕ ਦੀ ਮਾਰ। ਤੇ ਡੱਲਾ ਜੀ ਸੋਚ ਰਿਹਾ ਹੈ ਇਹ ਕੀ ਕਰ ਰਿਹਾ? ਇਹ ਅਮਰ ਪਦਵੀ ਹੈ ਜਿਹੜਾ ਮਰਨ 'ਚੋਂ ਜੀਵਨ ਮਿਲਿਆ। ਅੱਗੇ ਹੋ ਕੇ ਕਹਿ ਰਿਹਾ ਨਹੀਂ ਜੀ ਨਹੀਂ, ਇਹਨੇ ਨਹੀਂ, ਮੈਂ ਹੁਣ ਦੋਨੋਂ ਸਿੰਘ ਲੱਗੇ ਹੋਣਗੇ ਕੰਮੇ, ਆਵਾਜ਼ ਦੇਣ ਵਾਲੇ ਨੇ ਆਵਾਜ਼ ਦਿੱਤੀ, ਦੋਨਾਂ ਨੇ ਸੁਣ ਲਈ, ਨਹੀਂ ਜੀ ਮੈਨੂੰ ਚੁਣੋ ਤੁਸੀਂ। ਮਹਾਰਾਜ ਕਹਿੰਦੇ ਦੋਨੋਂ ਹੀ ਖੜੇ ਹੋ ਜਾਓ। ਦੋਨਾਂ ਚੋਂ ਦੀ ਵੇਖਦਿਆਂ ਗੋਲੀ ਲੰਘਦੀ ਹੈ, ਦੋਨੋਂ ਖੜੇ ਹੋ ਗਏ। ਸਤਿਗੁਰਾਂ ਨਿਸ਼ਾਨਾ ਸਾਧਿਆ, ਘੋੜਾ ਦੱਬਿਆ ਤੇ ਬੰਦੂਕ ਦੀ ਨਾਲ ਉੱਪਰ ਨੂੰ ਕਰ ਦਿੱਤੀ। ਗੋਲੀ ਚੱਲੀ ਪਰ ਲੰਘ ਗਈ। ਸਿੰਘਾਂ ਨੂੰ ਕਿਹਾ ਬੈਠ ਜਾਓ, ਤੁਹਾਡੀ ਜ਼ਿੰਦਗੀ ਪ੍ਰਵਾਨ ਜਿਹੜੀ ਤੁਸੀਂ ਅਰਪਣ ਕੀਤੀ ਹੈ, ਸੀਸ ਦਿੱਤਾ ਤੁਸੀਂ ਗੁਰੂ ਦੇ ਘਰ। ਤੇ ਦੱਸਿਆ ਭਾਈ ਡੱਲਾ ਜੀ ਇਹ ਹੈ ਅਮਰ ਪਦਵੀ ਜਿਹੜੀ ਖੰਡੇ ਦੀ ਧਾਰ ਵਿੱਚ ਜਿਹੜੀ ਮੌਤ 'ਚੋਂ ਜ਼ਿੰਦਗੀ ਮਿਲਦੀ ਹੈ। ਤੇਗ ਸੂਤ ਕੇ ਮਹਾਰਾਜ ਨੇ ਸਿਰ ਮੰਗੇ ਸਨ ਤੇ ਸਿਰ ਕਲਮ ਕਰਕੇ ਖਾਲਸਾ ਸਾਜਿਆ ਸੀ, ਤੇ ਜਿੱਦਣ ਮੌਤ 'ਚੋਂ ਜੀਵਨ ਮਿਲਿਆ ਸੀ ਉਦਣ ਕਿਹਾ ਸੀ ਮੇਰੇ ਵਿੱਚ ਤੇ ਮੇਰੇ ਸਿੱਖ ਵਿੱਚ ਫਰਕ ਖਤਮ ਹੋ ਗਿਆ। ਉਸ ਕੁਠਾਲੀ 'ਚ ਪਾ ਕੇ ਸ਼ੁੱਧ ਕੁੰਦਨ ਬਣਾਇਆ ਸੀ ਮਹਾਰਾਜ ਨੇ। ਤੇ ਫਿਰ ਸਿੱਖ ਇਹ ਨਹੀਂ ਸੀ ਸਮਝਦਾ ਕਿ ਇਹ ਜ਼ਿੰਦਗੀ ਚੰਦ ਪਲਾਂ ਦੀ ਹੈ ਜਾਂ ਵਰਿਆਂ ਦੀ ਹੈ, ਇਹ ਜ਼ਿੰਦਗੀ ਗੁਰੂ ਦੀ ਹੈ। ਸਤਿਗੁਰੂ ਜੀ ਕਹਿੰਦੇ ਬੜੀ ਦੁਨੀਆ ਦੀ ਸੋਭਾ ਮਿਲ ਜਾਏ, ਪਰ ਜੇ ਗੁਰੂ ਨਾਲੋਂ ਟੁੱਟ ਗਿਆ ਤੇ ਕੀ ਖੱਟਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਹਵਾਲਾ ਦਿੱਤਾ ਬੜਾ ਸੋਹਣਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ, ਬਹੁਤ ਕੁਝ ਬੜਾ ਚੰਗਾ ਲਿਖਿਆ ਭਾਈ ਸਾਹਿਬ ਨੇ। ਵੀਰ ਰਸ ਵਿੱਚ, ਕਰੁਣਾ ਰਸ ਵਿੱਚ, ਸ਼ਿੰਗਾਰ ਰਸ ਵਿੱਚ ਕਮਾਲ ਲਿਖਿਆ ਜੀ। ਪਰ ਮੈਂ ਇੱਕ ਬੇਨਤੀ ਕਰਦਾ ਕਿ ਆਖਰੀ ਸੱਚ ਨਹੀਂ ਬੰਦੇ ਦੀ ਲਿਖਤ ਨੂੰ ਮੰਨੀਦਾ ਹੋਈਦਾ। ਕਸੌਟੀ ਪਰਖਣ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਅਸੀਂ ਕਈ ਵਾਰੀ ਇਸੇ ਗੱਲ ਨੂੰ ਆਧਾਰ ਬਣਾ ਕੇ ਬਹੁਤ ਵੱਡੀ ਦੁਬਿਧਾ ਵੀ ਕੌਮ ਵਿੱਚ ਪਾਈ ਜਾਂਦੇ ਪਏ ਹਾਂ। ਖੈਰ ਭਲੀਆਂ ਗੱਲਾਂ ਸਾਂਝ ਕਰੀਜੈ ਗੁਣਾ ਕੇਰੀ, ਨਕਾਰਨਾ ਨਹੀਂ ਹੈ। ਚੁੱਭੀ ਲਾ ਕੇ ਹੰਸ ਵਾਲੀ ਬਿਰਤੀ ਦੇ ਨਾਲ ਸਿੱਖ ਪਾਣੀ ਤੇ ਦੁੱਧ ਵੱਖਰਾ ਕਰਨ ਦੀ ਸਮਰੱਥਾ ਰੱਖਦਾ। ਭਾਈ ਸਾਹਿਬ ਨੇ ਲਿਖਿਆ, ਕਹਿੰਦੇ ਮੰਨ ਲਓ ਤੂੰ ਬੜਾ ਧਨੀ ਹੋ ਜਾਏ। ਉਹਨਾਂ ਸਮਿਆਂ ਵਿੱਚ ਧਨ ਧਰਤੀ ਹੇਠਾਂ ਦੱਬਿਆ ਜਾਂਦਾ ਸੀ ਮਟਕਿਆਂ 'ਚ ਪਾ ਕੇ, ਬੈਂਕ ਨਹੀਂ ਸੀ ਹੁੰਦੇ, ਤੇ ਜਿਨ੍ਹਾਂ ਨੇ ਬਹੁਤਾ ਧਨ ਜਮ੍ਹਾਂ ਕਰਨਾ ਹੁੰਦਾ ਸੀ ਉਹ ਮਟਕਿਆਂ 'ਚ ਪਾ ਕੇ ਅਸ਼ਰਫੀਆਂ ਧਰਤੀ ਥੱਲੇ ਦੱਬ ਦਿੰਦੇ ਸੀ। ਇੱਕ ਮਟਕਾ, 2, 3, 4 ਨਹੀਂ, ਕਰੋੜਾਂ ਬਰਤਨ ਧਨ ਦੇ, ਕਰੋੜਾਂ ਮੀਲਾਂ ਤੱਕ ਦੱਬੇ ਹੋਣ। ਦਰਵਾਜ਼ੇ ਦੇ ਉੱਤੇ ਹਾਥੀ ਬੰਨੇ ਹੋਣ, ਤੇਰੀ ਅਸਵਾਰੀ ਨਹੀਂ, ਸੋਨੇ ਦੇ ਸੰਗਲ ਪਾ ਕੇ। ਤੇਰੇ ਦਰ ਦੇ ਉੱਤੇ ਵਿਹੜੇ 'ਚ ਨੌਕਰ ਤੇ ਨੌਕਰਾਣੀਆਂ ਸ਼ਿੰਗਾਰੇ ਹੋਏ ਰਾਜਿਆਂ ਵਰਗੇ ਸ਼ਿੰਗਾਰ ਕਰਕੇ ਹੱਥ ਬੰਨ੍ਹ ਕੇ ਖੜੇ ਹੋਣ। ਇੰਨੀ ਅਮੀਰੀ, ਇੰਨੀ ਸ਼ੋਹਰਤ, ਇੰਨੀ ਦੌਲਤ। ਕੋਟਨ ਕੋਸ ਕੇ ਕੌਸ ਭਰੇ, ਰੰਗ ਸੰਗ ਕੁਰੰਗ ਕੇ ਸੰਗ ਕੁਰੰਗਾ, ਅੰਗਨਾ ਆਂਗਨ ਆਂਗਨ ਮੈਂ ਅੰਗਨ। ਸੋਹਣੇ ਸੋਹਣੇ ਸੁੰਦਰ ਸੁਨੱਖੇ ਚਿਹਰਿਆਂ ਵਾਲੇ ਨੌਕਰਾਣੀਆਂ, ਨੌਕਰ ਜਿਨ੍ਹਾਂ ਦੇਖ ਮਨ ਚਾਓ ਮਤੰਗਾ। ਕੰਚਨ ਪੈਰ ਜੰਜੀਰ ਬੱਧੇ, ਸੋਨੇ ਦੇ ਸੰਗਲ ਪੈਰਾਂ ਨੂੰ ਪਾ ਕੇ ਦਰਵਾਜ਼ੇ ਦੇ ਉੱਤੇ ਹਾਥੀ ਤੇਰੀ ਸਵਾਰੀ ਲਈ। ਮੰਨ ਲਓ ਸਧਾਰਨ ਬੰਦਾ ਕਾਰ ਰੱਖਦਾ, ਇਹਨੇ ਜਹਾਜ਼ ਰੱਖੇ ਹੋਏ ਆ। ਰਾਜਿਆਂ ਵਾਲਾ ਜੀਵਨ। ਕੰਚਨ ਪੈਰ ਜੰਜੀਰ ਬੱਧੇ, ਦਲ ਝੁਲੇ ਅਟਾਰੀ ਸੰਗ ਮਤੰਗਾ। ਏਤੇ ਭਏ ਬਾਦ ਵਿਅਰਥ ਸਵਾ ਸਭ। ਇੰਨੀ ਅਮੀਰੀ, ਇੰਨੀ ਪਦਵੀ, ਇੰਨੀ ਦੌਲਤ, ਇੰਨੀ ਸ਼ੋਹਰਤ,
ਕਰੋੜਾਂ ਮੀਲਾਂ ਤੱਕ ਬਰਤਨ ਭਰੇ ਹੋਏ, ਖਜ਼ਾਨਾ ਹੀ ਖਜ਼ਾਨਾ, ਹਾਥੀ ਸੋਨੇ ਦੇ ਸੰਗਲ ਪਾ ਕੇ ਬੰਨੇ, ਨੌਕਰ ਨੌਕਰਾਣੀਆਂ ਦੀ ਕੋਈ ਘਾਟ ਨਹੀਂ ਹੈ, ਤੇ ਸਭ ਨੂੰ ਖੇ ਕਿਉਂ ਕਹਿ ਦਿੱਤਾ ਜੀ? ਕਿਉਂ ਖੇ ਹੋ ਗਏ? ਸਾਰਾ ਕੁਝ ਤੇ ਮਿਲ ਗਿਆ, ਜੇ ਨਦਰ ਨਹੀਂ ਮਿਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਸਭ ਕੁਝ ਖੇ ਹੈ। ਇਤੇ ਭਏ ਬਾਦ ਜੋ ਪੈ ਗੁਰੂ ਗੋਬਿੰਦ ਸਿੰਘ ਕੇ ਰੰਗ ਨਾ ਰੰਗਾ। ਜੇ ਗੁਰੂ ਗੋਬਿੰਦ ਸਿੰਘ ਦਾ ਰੰਗ ਨਹੀਂ ਚੜਿਆ ਤੇ ਤੇਰੀ ਦੌਲਤ, ਤੇਰੀ ਸ਼ੋਹਰਤ, ਤੇਰੇ ਪਦਵੀਆਂ, ਤੇਰੇ ਅਹੁਦੇ ਸਭ ਖੇ ਦੇ ਬਰਾਬਰ, ਸੁਆਹ ਦੇ ਬਰਾਬਰ। ਜੇ ਤਿਸ ਨਦਰ ਨਾ ਆਵਈ, ਕੀ ਸਾਡੀ ਹਸਤੀ ਹੈ ਜੀ ਉਹਦੀ ਨਦਰ ਤੋਂ ਬਿਨਾਂ? ਨਦਰ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏਂਦਾ, ਦਰ ਮੰਗਣ ਪਿੱਖ ਨਾ ਪਾਏਂਦਾ। ਤੇ ਜੇ ਨਦਰ ਕਰੇ ਤੇ ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਇਸ ਵਾਸਤੇ ਸਤਿਗੁਰ ਦੀ ਨਦਰ ਵੱਡੀ ਹੈ। ਇਹ ਸ਼ੋਹਰਤਾਂ, ਪਦਵੀਆਂ ਉਹਦੇ ਕੋਈ ਅਰਥ ਨਹੀਂ ਰੱਖਦੇ ਗੁਰਮੁਖੋ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਇਹ ਵੀ ਇੱਕ, ਜਿਵੇਂ ਬੰਦੇ ਨੂੰ ਨਸ਼ਈ ਨੂੰ ਨਸ਼ਾ ਲੱਗਿਆ ਹੁੰਦਾ ਨਾ, ਇਹ ਵੀ ਇੱਕ ਨਸ਼ਾ ਹੈ, ਸ਼ੋਹਰਤ ਦਾ ਨਸ਼ਾ। ਸ਼ਾਇਦ ਨਸ਼ਈ ਨਸ਼ੇ ਛੱਡ ਸਕਦਾ, ਪਰ ਜਿਹਨੂੰ ਇਹ ਰਸ ਲੱਗਿਆ ਹੋਇਆ ਨਾ, ਇਹਦੇ ਲਈ ਛੱਡਣਾ ਬੜਾ ਔਖਾ ਹੈ। ਬੰਦਾ ਕੁਝ ਵੀ ਕਰ ਸਕਦਾ ਇਹਦੇ ਵਾਸਤੇ। ਚੰਗਾ ਨਾਮ ਰਖਾਏ ਕੈ ਜਸ ਕੀਰਤ, ਇਹ ਵੀ ਭੋਗ, ਜਿਵੇਂ ਜ਼ਿੰਦਗੀ ਦੇ ਬਾਕੀ ਭੋਗ ਨੇ ਨਾ, ਅੱਖਾਂ ਰੂਪ ਨੂੰ ਭੋਗਦੀਆਂ ਨੇ, ਕੰਨ ਨਿੰਦਿਆ ਦਾ ਭੋਗ ਭੋਗਦੀ ਹੈ, ਕਿਸੇ ਮੇਰੇ ਵਿਰੋਧੀ ਦੀ ਨਿੰਦਿਆ ਕਰੀ ਜਾਓ। ਜੀਭ ਚਸਕਿਆਂ ਦਾ ਭੋਗ ਭੋਗਦੀ ਹੈ। ਜਿਵੇਂ ਇਹ ਇੰਦਰੀਆਂ ਭੋਗਾਂ 'ਚ ਪਈਆਂ ਹੋਈਆਂ, ਇਹ ਵੀ ਇੱਕ ਭੋਗ ਹੈ। ਬੜਾ ਰਸ ਆਉਂਦਾ ਇਹਦੇ 'ਚੋਂ, ਛੁੱਟਦਾ ਹੀ ਨਹੀਂ। ਜਸ ਕੀਰਤ ਜਗ ਲੈ, ਛੁੱਟਦਾ ਹੀ ਨਹੀਂ ਸਾਧ ਸੰਗਤ। ਤੇ ਛੁੱਟਦਾ ਕਦੋਂ ਹੈ? ਜਦੋਂ ਮਰ ਕੇ ਜੀਵਨ ਮਿਲਦਾ ਹੈ। ਮੈਂ ਨਾਹੀਂ ਕਛ ਹਉ ਨਾਹੀਂ, ਕਿਛ ਆਏ ਨਾ ਮੋਰਾ, ਛੁੱਟ ਗਿਆ। ਇੱਥੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਜੇ ਤਿਸ ਨਦਰ ਨਾ ਆਵੇ, ਨਹੀਂ ਤੇ ਬਥੇਰੀ ਦੁਨੀਆ ਨਾਲ ਚੱਲੇ ਸਭ ਕੋਏ, ਚੰਗਾ ਨਾ ਬੜਾ ਜੀ ਰੁਤਬਾ ਆ, ਬੜਾ ਨਾਂ ਆ, ਉਦਣ ਮੁੱਕਦੇ ਨੇ ਸਾਧ ਸੰਗਤ। ਇਹ ਵੀ ਬੜਾ ਖਤਰਨਾਕ, ਮੈਂ ਫਿਰ ਬੇਨਤੀ ਕਰ ਰਿਹਾ। ਜਿਵੇਂ ਕਾਮੀ ਨੂੰ ਕਾਮ ਭੋਗਣ ਦਾ ਚਸਕਾ ਹੈ, ਨਸ਼ਈ ਨੂੰ ਨਸ਼ੇ ਦਾ ਸਖਤ ਚਸਕਾ ਹੈ, ਲੋਭੀ ਨੂੰ ਧਨ ਦਾ ਚਸਕਾ ਹੈ। ਹਰ ਚਸਕਾ ਸ਼ਾਇਦ ਕਿਸੇ ਤਰੀਕੇ ਨਾਲ ਸਰੀਰ ਦੇ ਚਸਕੇ ਛੁੱਟ ਜਾਣ, ਪਰ ਇਹ ਜਿਹੜਾ ਮਨ ਦਾ ਭੋਗ ਹੈ ਨਾ, ਇਹ ਬੜਾ ਖਤਰਨਾਕ ਹੈ। ਸੱਜਣਾ ਖਿਆਲ ਰੱਖ, ਨਦਰ ਤੋਂ ਬਿਨਾਂ ਤੇਰੇ ਭੋਗ ਬਿਰਥੇ ਨੇ, ਸੁਆਹ ਨੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ, ਕੀਟਾਂ ਅੰਦਰ ਕੀਟ ਕਰ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਤੂੰ ਕਹਿੰਦਾ ਵੀ ਮੈਂ ਵੱਡਾ ਆ, ਸਤਿਗੁਰੂ ਜੀ ਕਹਿੰਦੇ ਜਿਵੇਂ ਕੀੜਿਆਂ ਦੇ ਅੰਦਰ ਕੀੜੇ ਪਏ ਹੋਏ ਨੇ ਨਾ, ਗਲ ਸੰਗਲ ਕੱਤ ਚਲਾਇਆ, ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ। ਕਿੰਨੇ ਤੇਰਾ ਰੁਤਬਾ ਵੇਖਣਾ ਭਲਿਆ? ਤੂੰ ਤੇ ਇੱਦਾਂ ਆਪਣੀ ਕਰਮ ਦੇ ਫਲ ਨੂੰ ਭੋਗਣਾ ਜਿਵੇਂ ਕੀੜਿਆਂ ਦੇ ਜਿਸਮ ਵਿੱਚ ਵੀ ਅੱਗੇ ਕੀੜੇ ਪਏ ਹੋਣ। ਜੀਵਾਂ ਦੇ ਵਿੱਚ ਕੀੜੇ ਪੈ ਜਾਂਦੇ ਕਈ ਵਾਰੀ। ਜੋ ਜੀਵ ਤੇ ਦੁੱਖ ਭੋਗ ਰਿਹਾ ਹੁੰਦਾ, ਉਹ ਕੀੜੇ ਵੀ ਜ਼ਖਮ 'ਚ ਪਏ ਦੁੱਖ ਭੋਗ ਰਹੇ ਹੁੰਦੇ ਆ। ਖਸਮੈ ਨਦਰੀ ਕੀੜਾ ਆਵੇ, ਤੂੰ ਕਹਿੰਦਾ ਮੈਂ ਸ਼ਹਿਨਸ਼ਾਹ, ਤੂੰ ਕਹਿੰਦਾ ਮੈਂ ਵੱਡਾ ਹੈ। ਕੌਣ ਵੱਡਾ? ਮਾਇਆ ਵਡਿਆਈ? ਨਹੀਂ ਨਹੀਂ, ਸੋ ਵੱਡਾ ਜਿਨ ਰਾਮ ਲੈ ਬਲਾਈ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਗੁਨਾਹ ਕਰਨ ਵਾਲਿਆ, ਤੇਰੀ ਵਡਿਆਈ ਕਿਸੇ ਨੇ ਨਹੀਂ ਵੇਖਣੀ। ਇਹ ਤੇਰਾ ਹੀ ਭਰਮ ਹੈ ਇੱਥੇ ਕਿ ਮੈਂ ਵੱਡਾ ਹਾਂ, ਮੇਰਾ ਰੁਤਬਾ ਵੱਡਾ ਹੈ, ਮੈਂ ਦੌਲਤ ਕਰਕੇ। ਕਿਸੇ ਨੇ ਨਹੀਂ ਵੇਖਣੀ ਤੇਰੀ ਵਡਿਆਈ ਭਾਈ। ਮੈਨੂੰ ਨਹੀਂ ਪਤਾ, ਪਰ ਸਤਿਗੁਰੂ ਕਹਿੰਦੇ ਨੇ ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ। ਮੇਰੀ ਦ੍ਰਿਸ਼ਟੀ ਇੱਥੋਂ ਤੱਕ ਨਹੀਂ ਹੈ, ਪਰ ਮੇਰਾ ਗੁਰੂ ਕਹਿੰਦਾ ਵੀ ਭਾਈ ਤੈਨੂੰ ਕਿਸੇ ਨੇ ਪੁੱਛਣਾ ਵੀ ਹੈ ਵੀ ਤੂੰ ਕਰਮ ਕੀ ਕੀਤੇ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ, ਨਿਰਾਸ਼ ਨਾ ਹੋ।
ਮੇਰਾ ਸਾਹਿਬ ਜਿਹੜਾ ਸਮਰੱਥ ਹੈ ਨਾ, ਜਿਹਦੇ 'ਚ ਕੋਈ ਗੁਣ ਨਾ ਹੋਵੇ ਉਹਨੂੰ ਵੀ ਗੁਣਵਾਨ ਬਣਾ ਦਿੰਦਾ। ਉਹ ਜਿਹੜਾ ਨਖਿੱਧ ਹੋਵੇ, ਕੱਲ੍ਹ ਆਪਾਂ ਗੱਲ ਕਰ ਰਹੇ ਸੀ, ਚੋਰਾਂ ਨੂੰ ਸੰਤ ਬਣਾ ਦਿੱਤਾ ਮੇਰੇ ਗੁਰੂ ਨੇ, ਜੀਵਨ ਪਲਟੇ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਆਏ, ਭੂਮੀਆਂ ਆਇਆ, ਸੱਜਣ ਆਇਆ, ਕਿੰਨੇ ਨੇ ਐਸੇ। ਮੇਰੂ ਚੋਰ ਆਇਆ, ਭਾਈ ਮੇਰੂ ਬਣ ਗਿਆ। ਕਿੰਨੇ ਨੇ ਗੁਰਮੁਖੋ। ਭਟਕਿਆ ਹੋਇਆ ਬੰਦਾ ਮਾਧੋ ਦਾਸ ਗੁਰੂ ਦਾ ਬੰਦਾ ਹੋ ਗਿਆ ਨਾ, ਗੁਰੂ ਦਾ ਬੰਦਾ। ਇਸੇ ਵਾਸਤੇ ਤੇ ਸਾਧ ਸੰਗਤ ਤੋਂ ਮਹਾਨ ਸਿੱਖ ਸੀ ਕਿ ਉਹ ਰਾਜਾ ਹੋ ਕੇ, ਅਸੀਂ ਕਹਿੰਦੇ ਆ ਰਾਜਸੀ ਧੜੇ ਹੁੰਦੇ ਆ, ਉਹ ਰਾਜਾ ਹੋ ਕੇ ਵੀ ਧੜਿਆਂ ਦਾ ਬੰਦਾ ਨਹੀਂ ਬਣਿਆ, ਉਹ ਰਾਜਾ ਹੋ ਕੇ ਵੀ ਕਹਿੰਦਾ ਮੈਂ ਗੁਰੂ ਦਾ ਬੰਦਾ ਹਾਂ। ਤੇ ਜਿਹੜਾ ਗੁਰੂ ਦਾ ਬੰਦਾ ਹੈ ਉਹਨੂੰ ਫਿਰ ਮੁਸ਼ੰਦਗੀ ਕਿਸੇ ਦੀ ਨਹੀਂ ਸਾਧ ਸੰਗਤ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਸ਼ੰਦਾ, ਤਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਚਿੰਤਾ ਨਾ ਕਰ, ਇੱਥੇ ਭਟਕਦੇ ਹੋਏ ਆਏ, ਗੁਰੂ ਨੇ ਮਕਸਦ ਦੇ ਦਿੱਤਾ ਜਿਨ੍ਹਾਂ 'ਚ ਕੋਈ ਗੁਣ ਨਹੀਂ ਸੀ। ਉਹ ਮਾਧੋ ਦਾਸ ਮੰਜੇ ਪਲਟ ਕੇ ਖੁਸ਼ ਹੋਣ ਵਾਲਾ, ਕਿਸੇ ਨੂੰ ਮੰਜੇ ਤੋਂ ਸੁੱਟ ਦਿੱਤਾ, ਖਿੜਖੜਾ ਕੇ ਹੱਸ ਪਿਆ। ਜੇ ਤਿਸ ਨਦਰ ਨਾ ਆਵਈ, ਬੜੀ ਲੋਕਾਂ ਵਿੱਚ ਚਰਚਾ ਸੀ, ਬੱਲੇ ਬੱਲੇ ਮਾਧੋ ਦਾਸ ਕੋਲ ਬੜੀਆਂ ਸ਼ਕਤੀਆਂ ਸਿੱਧੀਆਂ ਨੇ। ਕੀ ਫਰਕ ਪੈਂਦਾ ਸਾਧ ਸੰਗਤ ਜੀ, ਜਿੱਦਣ ਗੁਰੂ ਦੀ ਨਜ਼ਰ ਹੋਈ ਤੇ ਜਿਹੜਾ ਮੰਜੇ ਪਲਟਣ ਵਾਲਾ ਸੀ ਨਾ ਜੀ, ਉਹਨੂੰ ਜ਼ੁਲਮ ਦੇ ਤਖਤੇ ਪਲਟਣ ਦੀ ਸ਼ਕਤੀ ਦੇ ਦਿੱਤੀ, ਜ਼ੁਲਮ ਦੇ ਤਖਤੇ ਪਲਟਣ ਦੀ। ਚਾਹੀਦਾ ਤੇ ਇਹ ਸੀ ਕਿ ਕੱਲ ਚਾਅ ਚੜਿਆ ਹੁੰਦਾ ਵੀ ਭਾਈ ਜਿਸ ਧਰਤੀ ਉੱਤੇ ਸਾਨੂੰ ਸਿਰ ਉੱਚਾ ਕਰਕੇ, ਸਾਨੂੰ ਸਵੈਮਾਨ ਨਾਲ ਅੱਜ ਜਿਹਨੂੰ ਅਸੀਂ ਆਜ਼ਾਦੀ ਕਹਿ ਰਹੇ ਹਾਂ ਦਾ ਮੁੱਢ ਵੱਜਦਾ 12 ਮਈ 1710 ਨੂੰ। ਚੇਤੇ ਹੋਣਾ ਚਾਹੀਦਾ ਸੀ ਸਾਧ ਸੰਗਤ। ਸਾਡੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਸੀ ਸਿਲੇਬਸ ਦੇ ਵਿੱਚ। ਚਿੰਤਾ ਨਾ ਕਰ, ਜਦੋਂ ਗੁਰੂ ਕੋਲ ਆਏ ਸੀ ਨਾ ਜੀ, ਤੇ ਮਹਾਰਾਜ ਨੇ ਜਾਤ ਵਰਨ ਕੁਲ ਕੁਝ ਨਹੀਂ ਸੀ ਪੁੱਛਿਆ, ਕਰਮ ਨਹੀਂ ਸੀ ਵਿਚਾਰੇ। ਗੁਣ ਅਵਗੁਣ ਮੇਰਾ ਕਛ ਨਾ ਵਿਚਾਰਿਓ, ਬਖਸ਼ ਲਿਓ ਖਿਣ ਮਾਹੇ। ਉਹਨੇ ਨੀਚਾਂ ਤੋਂ ਊਚ ਕਰਦਿਆਂ ਦੇਰੀ ਨਹੀਂ ਸੀ ਲਾਈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇ ਗੁਣਵਾਨਾਂ ਨੂੰ ਹੋਰ ਗੁਣ ਬਖਸ਼ਦਾ ਜੀ। ਉਹ ਨਿਰਗੁਣਿਆਂ ਨੂੰ ਗੁਣਵਾਨ ਬਣਾ ਦਿੰਦਾ, ਜਿਨ੍ਹਾਂ 'ਚ ਕੋਈ ਗੁਣ ਨਹੀਂ ਹੈ ਉਹਨਾਂ ਨੂੰ ਗੁਣਾਂ ਵਾਲੇ ਬਣਾ ਦਿੰਦਾ ਮੇਰਾ ਸਤਿਗੁਰੂ ਜੀ। ਤੀਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਕੌਣ ਦੁਨੀਆ ਤੇ ਐਸਾ ਹੈ ਜਿਹੜਾ ਨੀਚਾਂ ਦੇ ਅੰਦਰ ਗੁਣ ਭਰਨ ਦੀ ਸ਼ਕਤੀ ਰੱਖਦਾ ਹੋਵੇ? ਇਹ ਮੇਰਾ ਗੁਰੂ ਸਮਰੱਥ ਹੈ ਸਾਧ ਸੰਗਤ। ਜਦੋਂ ਅਸੀਂ ਗੁਰੂ ਦਾ ਸੰਗ ਕਰਾਂਗੇ ਨਾ ਜੀ, ਜਦੋਂ ਅਸੀਂ ਗੁਰੂ ਦੀ ਹੈ ਤੇ ਨਜ਼ਰ ਹੀ ਹੈ ਨਾ ਉਹਦੀ, ਜਦੋਂ ਉਹ ਨਜ਼ਰ ਕਰਦਾ ਤੇ ਕੌੜੇ ਰੀਠੇ ਮਿੱਠੇ ਹੋ ਜਾਂਦੇ ਆ। ਜਦੋਂ ਉਹ ਨਜ਼ਰ ਕਰਦਾ ਤੇ ਨੀਚ ਊਚ ਹੋ ਜਾਂਦੇ ਆ। ਜਦੋਂ ਉਹ ਨਜ਼ਰ ਕਰਦਾ ਤੇ ਕੰਗਾਲ ਸ਼ਹਿਨਸ਼ਾਹ ਹੋ ਜਾਂਦੇ ਆ। ਤੇ ਜੇ ਤਿਸ ਨਜ਼ਰ ਨਾ ਆਵਈ, ਜੋ ਮਰਜ਼ੀ ਹੀ ਬਣ ਕੇ ਬਹਿ ਜਾ, ਬਾਤ ਨਾ ਪੁੱਛੈ ਕਿ ਫਿਰ ਕਿਹਨੇ ਪੁੱਛਣਾ ਸਾਨੂੰ। ਅਸੀਂ ਉਹਦੀ ਨਜ਼ਰ ਦੇ ਪਾਤਰ ਬਣੀਏ। ਤੇ ਨਜ਼ਰ ਕਿਹਨਾਂ ਤੇ ਹੁੰਦੀ ਹੈ? ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਉੱਥੇ ਤੇਰੀ ਨਦਰ ਹੈ। ਤੂੰ ਤੇ ਹਾਥੀ ਬਣਿਆ ਫਿਰਦਾ, ਮਨ ਤੋਂ ਮਹਿੰਗਲ ਹੋਏ ਰਿਓ, ਨਿਕਸਾ ਕਿਉਂ ਕਰ ਜਾਏ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਹੁਣ ਉਹ ਤੇ ਨੀਵਾਂ ਹੋ ਕੇ ਚੁਗੀ ਜਾਣੀ ਸੀ ਨਾ, ਜਿਵੇਂ ਕੀੜੀ ਚੁਗਦੀ ਹੈ। ਤੂੰ ਤੇ ਹਾਥੀ ਬਣਿਆ ਫਿਰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੋ, ਸਾਨੂੰ ਇਹ ਸ਼ੋਹਰਤ ਦੌਲਤ ਇਸ ਰਸ ਭੋਗ ਤੋਂ ਵੀ ਬਚਾਓ ਮਹਾਰਾਜ। ਆਪਣੇ ਚਰਨਾਂ 'ਚ ਬਿਠਾ ਕੇ ਨਿਮਰਤਾ ਦਿਓ। ਜਿੱਦਣ ਨਿਮਰਤਾ ਆਏਗੀ ਨਾ, ਸਾਰੇ ਚੰਗੇ ਲੱਗਣ ਲੱਗ ਪੈਣਗੇ, ਸਾਰਿਆਂ ਨਾਲ ਪਿਆਰ ਬਣ ਜਾਏਗਾ ਸਾਧ ਸੰਗਤ। ਇਹ ਹਉਮੈ ਹੀ ਹੈ ਜਿਹੜੀ ਮਾਰ ਰਹੀ ਹੈ। ਉਦੋਂ ਨਦਰ ਵੀ ਸਾਡੇ ਤੇ ਬਰਸੇਗੀ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਸਤਿਗੁਰੂ ਸਾਰਿਆਂ ਤੇ ਦਇਆ ਕਰਨ, ਮੇਰੀਆਂ ਭੁੱਲਾਂ ਬਖਸ਼ਿਓ। ਬਹੁਤ ਧੰਨਵਾਦ ਹੈ ਗੁਰਸਿੱਖਾਂ ਦਾ, ਆਪ ਸਭ ਦਾ, ਗੁਰੂ ਘਰ ਦੇ ਸੇਵਾਦਾਰ ਸਮੂਹ ਪ੍ਰਬੰਧਕ ਸਾਹਿਬਾਨਾਂ ਦਾ। ਅਸੀਸਾਂ ਦੇ ਤੁਸੀਂ ਪਾਤਰ ਬਣਾ ਦਿੰਦੇ ਹੋ। ਮੇਰੀ ਕਾਬਲੀਅਤ ਨਹੀਂ, ਯੋਗਤਾ ਨਹੀਂ ਇੱਥੇ ਬੈਠ ਸਕਾਂ। ਸੋ ਸਭ ਦਾ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ।
ਅਸੀਸ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।